ਗਿਆਨ ਦੀ ਭੁੱਖ ਇਨਸਾਨ ਨੂੰ ਮੁੱਢ ਕਦੀਮ ਤੋਂ ਰਹੀ ਹੈ। ਇਹ ਗਿਆਨ ਦੀ ਹੀ ਭੁੱਖ ਹੈ ਜੋ ਅੱਜ ਵੀ ਅਸੀਂ ਯਾਤਰਾ ਕਰਦੇ ਕਰਦੇ ਚੰਨ ਤੋਂ ਵੀ ਗਾਂਹ ਮੰਗਲ ਤੱਕ ਪਹੁੰਚ ਗਏ ਹਾਂ। ਇਹ ਗਿਆਨ ਦੀ ਹੀ ਭੁੱਖ ਸੀ ਜੋ ਸਦੀਆਂ ਤੋਂ ਚਲੀ ਆ ਰਹੀ ਮਨੁੱਖੀ ਪਰੰਪਰਾ ਨੂੰ ਬਾਰ-ਬਾਰ ਭਾਰਤ ਵੱਲ ਤੋਰਦੀ ਸੀ ਕਿ ਜਾਓ ਉੱਥੇ ਤਕਸ਼ਸ਼ਿਲਾ ਨਾਲੰਦਾ ਵਰਗੀਆਂ ਯੂਨੀਵਰਸਿਟੀਆਂ ਨੇ, ਵਿਸ਼ਵ ਵਿਦਿਆਲੇ ਨੇ, ਜਿਨ੍ਹਾਂ ਤੋਂ ਜਾ ਕੇ ਤੁਸੀਂ ਗਿਆਨ ਹਾਸਿਲ ਕਰ ਸਕਦੇ ਹੋ। ਗਿਆਨ ਦੇ ਸੋਮੇ ਜਿੱਥੇ ਕਿਤਾਬਾਂ ਨੇ, ਲਾਤੀਨੀ ਭਾਸ਼ਾ, ਲੈਟਿਨ ਭਾਸ਼ਾ ਦੇ ਵਿੱਚ ਜਦੋਂ ਅਸੀਂ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਕਿਤਾਬ ਦਾ ਜਿਹੜਾ ਲਫ਼ਜ਼ੀ ਉਹਨਾਂ ਦਾ ਨਾਮ ਹੈ ਉਹ ਹੈ ਲਿਬਰੇ, ਔਰ ਲਿਬਰੇ ਤੋਂ ਹੀ ਬਣਦਾ ਹੈ ਕਿਤਾਬਾਂ ਦਾ ਘਰ ਯਾਨੀ ਲਾਇਬ੍ਰੇਰੀ। ਅੱਜ ਜਿਸ ਵਿਸ਼ੇ ਨੂੰ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ ਉਹਦਾ ਸੰਬੰਧ ਬਿਲਕੁਲ ਇਸੇ ਗੱਲ ਨਾਲ ਹੈ ਕਿ ਕਿਤਾਬਾਂ ਦੇ ਘਰ, ਜਿਹਨੂੰ ਪੁਸਤਕਾਲੇ ਵੀ ਕਹਿੰਦੇ ਹਾਂ, ਲਾਇਬ੍ਰੇਰੀ ਵੀ ਕਹਿੰਦੇ ਹਾਂ, ਉਹ ਕੀ ਹੈ, ਕਿਉਂ ਹੈ, ਔਰ ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਸਾਹਿਤ ਦੇ ਨਾਲ ਇਹਦਾ ਜੁੜਾਵ ਅਸੀਂ ਕਿਵੇਂ ਦੇਖਦੇ ਹਾਂ। ਪੰਜਾਬ ਦੇ ਵਿੱਚ ਲਾਇਬ੍ਰੇਰੀ ਸੱਭਿਆਚਾਰ ਕਿੱਥੇ ਖੜਾ ਹੈ, ਇਹਦੇ ਬਾਰੇ ਅਸੀਂ ਗੱਲ ਕਰਨੀ ਹੈ। ਲਾਇਬ੍ਰੇਰੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਤੁਹਾਡੇ ਮਨ ਦੇ ਅੰਦਰ ਦੀ ਖਿੜਕੀ ਖੋਲ੍ਹਦੀ ਹੈ ਅਤੇ ਨਾਲ ਹੀ ਤੁਹਾਨੂੰ ਦੁਨੀਆ ਦੇ ਨਾਲ ਜੋੜਨ ਦੇ ਲਈ ਦਰਵਾਜ਼ਾ ਖੋਲ੍ਹ ਦਿੰਦੀ ਹੈ। ਸੋ ਐਸੇ ਵੱਡੇ ਵਿਸ਼ੇ ਨੂੰ ਲੈ ਕੇ ਅਸੀਂ ਇੱਕ ਵੱਡੇ ਚਿੰਤਕ, ਵੱਡੇ ਸਾਹਿਤਕਾਰ, ਵੱਡੇ ਲੇਖਕ ਨੂੰ ਸੱਦਾ ਦਿੱਤਾ ਹੈ ਸਾਡੇ ਸਟੂਡੀਓ ਦੇ ਵਿੱਚ। ਇਹਨਾਂ ਨੇ ਲਗਭਗ 20 ਦੇ ਕਰੀਬ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ ਔਰ ਲਿਖੀਆਂ ਵੀ ਨੇ, ਅਨੁਵਾਦ ਵੀ ਕੀਤਾ ਹੈ। ਔਰ ਇਹਦੇ ਨਾਲ ਪੀਪਲਸ ਫੋਰਮ ਬਰਗਾੜੀ, ਜੋ ਕਿ ਪੰਜਾਬ ਦੇ ਵਿੱਚ ਪੁਸਤਕ ਸੱਭਿਆਚਾਰ ਦੇ ਲਈ ਕੰਮ ਕਰਨ ਵਾਲੀ ਪਿਛਲੇ 20 ਸਾਲਾਂ ਤੋਂ ਜਿਹੜੀ ਸੰਸਥਾ ਹੈ ਉਹਦੀ ਅਗਵਾਈ ਵੀ ਕਰ ਰਹੇ ਨੇ। ਸੋ ਆਓ ਅੱਜ ਅਸੀਂ ਇਸ ਸਾਹਿਤਕਾਰ, ਇਸ ਚਿੰਤਕ, ਇਸ ਮਹਿਮਾਨ ਦੇ ਨਾਲ ਤੁਹਾਨੂੰ ਜੋੜਦੇ ਹਾਂ। ਸਾਡੇ ਨਾਲ ਮੌਜੂਦ ਨੇ ਇਸ ਸਮੇਂ ਸਰਦਾਰ ਖੁਸ਼ਵੰਤ ਬਰਗਾੜੀ ਜੀ। ਬਰਗਾੜੀ ਜੀ, ਬਹੁਤ ਬਹੁਤ ਸਵਾਗਤ ਦੂਰਦਰਸ਼ਨ ਦੇ ਵਿਹੜੇ ਦੇ ਵਿੱਚ ਤੁਸੀਂ ਚੱਲ ਕੇ ਆਏ। ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦ। ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਆਦਾਬ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਅਸੀਂ ਜਦੋਂ ਪੰਜਾਬੀ ਸਾਹਿਤ ਦੀ ਗੱਲ ਕਰਦੇ ਹਾਂ, ਲਾਇਬ੍ਰੇਰੀ ਦੀ ਗੱਲ ਕਰਦੇ ਹਾਂ, ਤਾਂ ਲਾਇਬ੍ਰੇਰੀ ਦਾ ਤੁਹਾਡਾ ਜਿਹੜਾ ਮਨ 'ਚ ਜਦੋਂ ਖਿਆਲ ਆਉਂਦਾ ਹੈ ਵੀ ਇੱਕ ਆਮ ਆਦਮੀ ਦੇ ਮਨ ਦੇ ਵਿੱਚ ਲਾਇਬ੍ਰੇਰੀ ਕੀ ਹੈ, ਅਤੇ ਬਤੌਰ ਸਾਹਿਤਕਾਰ, ਬਤੌਰ ਚਿੰਤਕ ਤੁਹਾਨੂੰ ਲਾਇਬ੍ਰੇਰੀ ਕਿਵੇਂ ਨਜ਼ਰ ਆਉਂਦੀ ਹੈ, ਕੀ ਫਰਕ ਦੇਖਦੇ ਹੋ ਤੁਸੀਂ? ਗੁਰਵਿੰਦਰ ਜੀ, ਮਨੁੱਖ ਧਰਤੀ ਦੇ ਉੱਪਰ ਹੋਰ ਜੀਵਾਂ ਵਾਂਗ ਇੱਕ ਜੀਵ ਸੀ ਔਰ ਆਪਣੀ ਚੇਤਨਾ ਦੇ ਬਲ 'ਤੇ ਇਸ ਜੀਵ ਨੇ ਇਸ ਧਰਤੀ 'ਤੇ ਬਾਦਸ਼ਾਹ ਹੋਣ ਦਾ ਰੁਤਬਾ ਹਾਸਲ ਕਰ ਲਿਆ। ਅਤੇ ਇਸ ਰੁਤਬੇ ਦੇ ਵਿੱਚ ਮਨੁੱਖੀ ਸੱਭਿਅਤਾ ਦੀਆਂ ਹਰੇਕ ਪੀੜ੍ਹੀ ਨੇ ਆਪਣਾ ਯੋਗਦਾਨ ਪਾਇਆ। ਉਹਨੇ ਗਿਆਨ ਅਰਜਿਤ ਕੀਤਾ ਔਰ ਨਵੀਂ ਪੀੜ੍ਹੀ ਨੇ ਉਸ ਪਹਿਲੀ ਪੀੜ੍ਹੀ ਦੁਆਰਾ ਅਰਜਿਤ ਕੀਤੇ ਗਿਆਨ ਦੇ ਵਿੱਚ ਹੋਰ ਵਾਧਾ ਕੀਤਾ ਜੀ। ਔਰ ਜਿਹੜੀਆਂ ਸਾਡੀ ਮਨੁੱਖੀ ਸੱਭਿਅਤਾ ਦੇ ਵਿੱਚ ਇਹਨਾਂ ਪੁਰਾਣੀਆਂ ਪੀੜ੍ਹੀਆਂ ਨੇ ਜੋ ਗਿਆਨ ਹਾਸਲ ਕੀਤਾ, ਉਹਨਾਂ ਨੇ ਨਵੀਂ ਨਸਲ ਨੂੰ ਜਿਉਂਦੀ ਤੋਂ ਤਿਉਂ ਉਹ ਗਿਆਨ ਦਾ ਖਜ਼ਾਨਾ ਦੇਣ ਦੇ ਲਈ ਇੱਕ ਜੋ ਕਿਤਾਬਾਂ ਦੇ ਰੂਪ 'ਚ ਜਾਂ ਉਹ ਅਰਜਿਤ ਕੀਤਾ ਹੋਇਆ ਗਿਆਨ ਜਿਸ ਤਰ੍ਹਾਂ ਨਵੀਂ ਪੀੜ੍ਹੀ ਲਈ ਸੰਭਾਲ ਕੇ ਰੱਖਿਆ, ਦਰਅਸਲ ਉਸੇ ਨੂੰ ਹੀ ਅਸੀਂ ਇੱਕ ਲਾਇਬ੍ਰੇਰੀ ਦੇ ਰੂਪ 'ਚ ਦੇਖਦੇ ਹਾਂ ਕਿ ਸਾਡੀ ਮਨੁੱਖੀ ਸੱਭਿਅਤਾ ਨੇ ਆਪਣੀ ਨਵੀਂ ਨਸਲ ਨੂੰ ਆਪਣੇ ਦੁਆਰਾ ਹਾਸਲ ਕੀਤੇ ਹੋਏ ਗਿਆਨ ਨੂੰ ਜਿਉਂਦੇ ਤਿਉਂ ਦੇਣ ਦੇ ਲਈ ਇੱਕ ਗਿਆਨ ਦਾ ਖਜ਼ਾਨਾ ਜਿਹੜਾ ਉਹ ਸਥਾਪਿਤ ਕੀਤਾ, ਜਿਸ ਨੂੰ ਅਸੀਂ ਸਾਰੇ ਲਾਇਬ੍ਰੇਰੀਆਂ ਦੇ ਨਾਂ ਨਾਲ ਜਾਣਦੇ ਹਾਂ। ਪੁਸਤਕ ਕੋਸ਼ ਕਹਿ ਲਓ ਜਾਂ ਤੁਸੀਂ ਇਹਨੂੰ ਲਾਇਬ੍ਰੇਰੀ ਕਹਿ ਲਓ, ਅੱਜ ਦੇ ਸਮੇਂ ਦੇ ਵਿੱਚ ਕਿਤਾਬਾਂ ਦਾ ਘਰ ਕਹਿ ਲਓ, ਜਿੱਦਾਂ ਸਾਡਾ ਘਰ ਹੈ ਉੱਦਾਂ ਕਿਤਾਬਾਂ ਦਾ ਵੀ ਘਰ ਹੈ। ਜਦੋਂ ਅਸੀਂ ਲਾਇਬ੍ਰੇਰੀਆਂ ਦੇ ਸੰਦਰਭ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਕੋਲ ਜ਼ਾਹਿਰ ਤੌਰ 'ਤੇ ਇਹ ਵੀ ਹੋਏਗਾ ਕਿ ਲਾਇਬ੍ਰੇਰੀ ਇਕੱਲੇ ਇੱਕ ਇਨਸਾਨ ਵਾਸਤੇ ਤਾਂ ਨਹੀਂ ਹੋਏਗੀ। ਇਹਦੀਆਂ ਵੀ ਵੱਖ-ਵੱਖ ਕਿਸਮਾਂ ਹੋ ਸਕਦੀਆਂ ਨੇ। ਕੀ ਵਾਕਈ ਇਹਦੀਆਂ ਕਿਸਮਾਂ ਹੈ ਨੇ? ਜੇ ਹੈ ਨੇ ਤਾਂ ਕਿੱਦਾਂ ਦੀਆਂ ਕਿਸਮਾਂ ਤੁਸੀਂ ਸਮਾਜ ਦੇ ਵਿੱਚ ਦੇਖਦੇ ਹੋ? ਜੇ ਆਪਾਂ ਮੋਟੇ ਰੂਪ 'ਚ ਦੇਖੀਏ ਤਾਂ ਦੋ ਕਿਸਮ ਦੀਆਂ ਲਾਇਬ੍ਰੇਰੀਆਂ ਦੀ ਆਪਾਂ ਦੋ ਰੂਪਾਂ ਦੇ ਵਿੱਚ ਵੰਡ ਕਰ ਸਕਦੇ ਹਾਂ। ਇੱਕ ਜਿਹੜੀਆਂ ਸਾਡੀਆਂ ਵਿਦਿਅਕ ਅਦਾਰਿਆਂ ਦੇ ਵਿੱਚ ਸਥਾਪਿਤ ਲਾਇਬ੍ਰੇਰੀਆਂ, ਜਿੱਥੇ ਰਸਮੀ ਰੂਪ ਦੇ ਵਿੱਚ ਵਿਦਿਆਰਥੀ ਆ ਜਿਹੜੇ ਉਹ ਸਿੱਖਿਆ ਹਾਸਲ ਕਰਦੇ ਆ, ਅਤੇ ਇੱਕ ਸਾਡੇ ਸਮਾਜ ਦੇ ਲਈ ਲਾਇਬ੍ਰੇਰੀਆਂ ਜਿਹਦੇ ਵਿੱਚ ਵਿਦਿਆਰਥੀ ਵੀ ਸ਼ਾਮਲ ਹੈ, ਜਿਹਦੇ ਵਿੱਚ ਸਾਡੇ ਸਾਰਾ ਪਰਿਵਾਰ ਸ਼ਾਮਲ ਹੈ। ਸੋ ਜੇ ਆਪਾਂ ਇਹਨਾਂ ਨੂੰ ਵੰਡ ਕਰਨੀ ਹੋਵੇ ਤਾਂ ਇਹ ਦੋ ਰੂਪ 'ਚ ਹੀ ਵੰਡਿਆ ਜਾ ਸਕਦਾ। ਅਕੈਡਮਿਕਸ ਅਦਾਰਿਆਂ ਦੀਆਂ ਜਿਹੜੀਆਂ ਲਾਇਬ੍ਰੇਰੀਆਂ ਔਰ ਜਿਹੜੀਆਂ ਸਾਡੀਆਂ ਪਬਲਿਕ ਲਾਇਬ੍ਰੇਰੀਆਂ, ਸਮਾਜ ਦੇ ਲਈ, ਲੋਕਾਂ ਦੇ ਲਈ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਹੋਈਆਂ। ਸੋ ਲਾਇਬ੍ਰੇਰੀਆਂ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਉਹਦੇ ਵਿੱਚ ਵੀ ਲਾਇਬ੍ਰੇਰੀਆਂ ਦੀ ਕਿਸਮਾਂ ਦੀ ਗੱਲ ਕਰ ਰਹੇ ਹਾਂ ਤਾਂ ਮੂਲ ਰੂਪ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਦੋ ਤਰੀਕੇ ਨਾਲ ਸਾਡੇ ਕੋਲ ਹੈਗੀਆਂ। ਇਹ ਜਿਹੜੀਆਂ ਲਾਇਬ੍ਰੇਰੀਆਂ ਨੇ ਜਿਨ੍ਹਾਂ ਨੂੰ ਅਸੀਂ ਐਕੈਡੈਮਿਕ ਲਾਇਬ੍ਰੇਰੀਜ਼ ਕਹਿੰਦੇ ਨੇ, ਜਿਨ੍ਹਾਂ ਦਾ ਜਿਹੜਾ ਸੰਬੰਧ ਹੈ ਵਿਦਿਆਰਥੀ ਦੇ ਨਾਲ ਉਹ ਸਕੂਲ ਦੇ ਪੱਧਰ 'ਤੇ ਹੀ ਮੇਰੇ ਖਿਆਲ ਜੁੜਦਾ ਹੈ ਜਾ ਕੇ। ਕੀ ਉਸ ਤੋਂ ਪਹਿਲੇ ਵੀ ਜੁੜਨਾ ਚਾਹੀਦਾ ਹੈ ਜਾਂ ਸਕੂਲ ਦੇ ਪੱਧਰ 'ਤੇ ਜੋੜਨਾ ਹੀ ਠੀਕ ਹੈ?
ਦੇਖੋ ਸਾਨੂੰ ਇੱਥੇ ਇਹ ਗੱਲ ਧਿਆਨ 'ਚ ਰੱਖਣੀ ਪਊਗੀ ਕਿ ਬੱਚਾ ਕੀ ਕਰਦਾ ਹੈ। ਬੱਚਾ ਸਭ ਤੋਂ ਪਹਿਲਾਂ ਸੁਣਦਾ ਹੈ ਜੀ, ਉਹ ਆਪਦੇ ਆਲੇ ਦੁਆਲੇ 'ਚੋਂ ਆਵਾਜ਼ਾਂ ਸੁਣਦਾ ਹੈ, ਔਰ ਜੋ ਆਵਾਜ਼ਾਂ ਉਹ ਸੁਣਦਾ ਹੈ ਉਹੀ ਆਵਾਜ਼ਾਂ ਉਹ ਬੋਲਣੀਆਂ ਸ਼ੁਰੂ ਕਰਦਾ ਹੈ। ਜੇ ਆਪਾਂ ਪੁਸਤਕਾਂ ਨੂੰ ਲੈਂਦੇ ਹਾਂ ਤਾਂ ਪੁਸਤਕਾਂ ਦੇ ਵਿੱਚ ਸਭ ਤੋਂ ਪਹਿਲਾਂ ਹੈ ਜਿਹੜਾ ਉਹ ਚਿੱਤਰ ਹੈ, ਬੱਚਾ ਉਹ ਦੇਖਦਾ ਹੈ, ਉਹ ਉਹਨਾਂ ਚਿੱਤਰਾਂ ਦੇ ਵਿੱਚੋਂ ਅਨੁਭਵ ਕਰਦਾ ਹੈ ਕਿ ਇਸ ਚਿੱਤਰ ਦੇ ਵਿੱਚ ਕੀ ਕਿਹਾ ਗਿਆ ਹੈ। ਉਸ ਤੋਂ ਬਾਅਦ ਉਹ ਜਦੋਂ ਰਸਮੀ ਰੂਪ ਦੇ ਵਿੱਚ ਸ਼ਬਦ ਪੜ੍ਹਨੇ ਲਿਖਣੇ ਸਿੱਖਦਾ ਹੈ ਤਾਂ ਉਦੋਂ ਫਿਰ ਉਹ ਉਹਦੇ ਨਾਲ ਜਿਹੜੀ ਇਬਾਰਤ ਲਿਖੀ ਹੁੰਦੀ ਆ ਉਹ ਇਸ ਗੱਲ ਦੇ ਸਮਰੱਥ ਹੋ ਜਾਂਦਾ ਹੈ ਕਿ ਉਹ ਜਿਹੜਾ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਦਰਅਸਲ ਸਾਡੀ ਜਿਹੜੀ ਸਾਰੀ ਪ੍ਰਕਿਰਤੀ ਹੈ, ਸਾਡੀ ਜਿਹੜੀ ਕੁਦਰਤ ਹੈ, ਉਹ ਬੱਚੇ ਲਈ ਇੱਕ ਦਰਅਸਲ ਕਿਤਾਬ ਹੀ ਹੁੰਦੀ ਹੈ। ਉਹ ਆਲੇ ਦੁਆਲੇ 'ਚੋਂ ਬਹੁਤ ਕੁਝ ਦੇਖਦਾ ਹੈ, ਜੋ ਕੁਝ ਦੇਖਿਆ ਹੁੰਦਾ ਹੈ ਉਹਨੂੰ ਉਹ ਅਬਜ਼ਰਵ ਕਰਦਾ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਜਿਸ ਕਿਸਮ ਦਾ ਮਾਹੌਲ ਬੱਚੇ ਨੂੰ ਆਪਦੇ ਆਲੇ ਦੁਆਲੇ 'ਚੋਂ ਮਿਲਦਾ ਉਹ ਇੱਕ ਕਿਤਾਬ ਵਰਗਾ ਹੀ ਹੁੰਦਾ ਹੈ। ਔਰ ਉਸ ਕਿਤਾਬ ਨੂੰ ਉਹ ਬੱਚਾ ਜਿਵੇਂ ਜਿਵੇਂ ਉਹ ਗਰੋ ਕਰਦਾ, ਜਿਵੇਂ ਜਿਵੇਂ ਉਹ ਵੱਡਾ ਹੋਣਾ ਸ਼ੁਰੂ ਹੁੰਦਾ ਤਾਂ ਉਹ ਪੜ੍ਹਨਾ ਸ਼ੁਰੂ ਕਰਦਾ। ਜਦੋਂ ਉਹ ਅੱਖਰ ਗਿਆਨ ਹਾਸਲ ਕਰ ਲੈਂਦਾ ਤਾਂ ਫਿਰ ਉਹ ਰਸਮੀ ਰੂਪ ਦੇ ਵਿੱਚ ਕਿਤਾਬਾਂ ਪੜ੍ਹਨੀਆਂ ਵੀ ਸ਼ੁਰੂ ਕਰਦਾ। ਬਾਜ਼ਾਰ ਸਾਡੇ ਸਭ ਦੇ ਉੱਤੇ ਹਾਵੀ ਆ, ਔਰ ਬਾਜ਼ਾਰ ਦੇ ਵਿੱਚੋਂ ਹੀ ਇੱਕ ਜਿਹੜੀ ਗੱਲ ਸਾਡੇ ਸਾਹਮਣੇ ਬਾਰ-ਬਾਰ ਆਉਂਦੀ ਹੈ, ਬਹੁਤ ਵਧੀਆ ਅਦਾਕਾਰ ਦੇ ਮੂੰਹੋਂ ਕਹਾਇਆ ਜਾਂਦਾ ਹੈ ਕਿ ਬੱਚਿਆਂ ਦੇ ਲਈ ਕੁਝ ਵੀ ਖਰੀਦਣਾ ਬੱਚਿਆਂ ਦਾ ਖੇਲ ਨਹੀਂ ਹੈ। ਸੋ ਇੱਦਾਂ ਹੀ ਜੇ ਅਸੀਂ ਬਚਪਨ ਦੀ ਗੱਲ ਕਰਦੇ ਹਾਂ ਤਾਂ ਬੱਚਿਆਂ ਦੇ ਲਈ ਸਾਹਿਤ ਇਕੱਠਾ ਕਰਨਾ, ਲਾਇਬ੍ਰੇਰੀ ਰੂਪ ਦੇ ਵਿੱਚ ਉਹਨੂੰ ਲੈ ਕੇ ਆਉਣਾ ਸ਼ਾਇਦ ਇੰਨਾ ਸੌਖਾ ਨਹੀਂ ਹੈ। ਸ਼ਾਇਦ ਸਾਡੇ ਇੱਥੇ ਤੁਸੀਂ ਮੈਨੂੰ ਦਰੁਸਤ ਕਰਨਾ ਅਗਰ ਮੈਂ ਗਲਤ ਹਾਂ ਜਾਂ ਸਹੀ ਹਾਂ, ਸ਼ਾਇਦ ਸਾਡੇ ਪੰਜਾਬ ਦੇ ਵਿੱਚ ਅਜੇ ਉਸ ਲੈਵਲ 'ਤੇ ਅਸੀਂ ਨਹੀਂ ਪਹੁੰਚੇ ਕਿ ਬੱਚਿਆਂ ਦੇ ਲਈ ਅਲੱਗ ਕਿਤਾਬਾਂ ਜਾਂ ਅਲੱਗ ਲਾਇਬ੍ਰੇਰੀਆਂ ਹੋਣ, ਪਰ ਵਿਦੇਸ਼ਾਂ ਦੇ ਵਿੱਚ ਇਹੋ ਜਿਹਾ ਹੈਗਾ ਹੈ। ਜੇ ਅਸੀਂ ਬਾਲ ਸਾਹਿਤ ਦੀ ਵੀ ਗੱਲ ਕਰੀਏ ਤਾਂ ਜਿੱਥੋਂ ਅਸੀਂ ਲਾਇਬ੍ਰੇਰੀ ਦੇ ਕੰਸੈਪਟ ਦੀ ਗੱਲ ਕਰਦੇ ਹਾਂ ਤਾਂ ਸ਼ਾਇਦ ਲਾਇਬ੍ਰੇਰੀ ਦੇ ਵਿੱਚ ਇੱਕ ਖਾਸ ਕੋਣਾ ਸ਼ਾਇਦ ਬੱਚਿਆਂ ਵਾਸਤੇ ਜ਼ਰੂਰ ਹੋ ਸਕਦਾ ਜਿੱਥੇ ਉਹਨਾਂ ਦੇ ਮਤਲਬ ਦੀਆਂ ਕਿਤਾਬਾਂ ਹੋਣ। ਕੀ ਇੱਦਾਂ ਹੈ? ਗੁਰਵਿੰਦਰ ਜੀ, ਇਹ ਸਾਡਾ ਇੱਕ ਸੰਕਟ ਕਹਿ ਲਓ, ਸਾਡਾ ਸਮਾਜਿਕ ਸੰਕਟ ਇਹਨੂੰ ਮੰਨ ਸਕਦੇ ਹਾਂ ਕਿ ਹਾਲ ਦੀ ਘੜੀ ਅਸੀਂ ਬੱਚਿਆਂ ਦੀ ਵਿਸ਼ੇਸ਼ ਲਾਇਬ੍ਰੇਰੀ ਪ੍ਰਤੀ ਬਹੁਤੇ ਸੁਚੇਤ ਨਹੀਂ ਹੋਏ। ਠੀਕ ਹੈ, ਬਿਲਕੁਲ ਤੁਹਾਡੀ ਗੱਲ ਵਾਜਬ ਹੈ ਕਿ ਬੱਚਿਆਂ ਲਈ ਇੱਕ ਵੱਖਰਾ ਲਾਇਬ੍ਰੇਰੀਆਂ ਦੇ ਵਿੱਚ ਕੋਨਾ ਹੋਣਾ ਚਾਹੀਦਾ, ਘਰ ਦੇ ਵਿੱਚ ਬੱਚਿਆਂ ਲਈ ਕਿਤਾਬਾਂ ਹੋਣੀਆਂ ਚਾਹੀਦੀਆਂ। ਹਰ ਉਮਰ ਵਰਗ ਦੀ ਇੱਕ ਆਪਦੀ ਵਿਸ਼ੇਸ਼ ਸੋਚ ਹੁੰਦੀ ਹੈ, ਉਹ ਕਿਤਾਬਾਂ ਉਸ ਮਾਨਸਿਕ ਪੱਧਰ ਦੀਆਂ ਹੋਣੀਆਂ ਚਾਹੀਦੀਆਂ। ਲੇਕਿਨ ਹੁਣ ਅਸੀਂ ਜਿਵੇਂ ਜਿਵੇਂ ਅੱਗੇ ਵੱਧ ਰਹੇ ਹਾਂ ਤਾਂ ਅਸੀਂ ਇਸ ਪ੍ਰਤੀ ਸੁਚੇਤ ਹੋ ਰਹੇ ਹਾਂ। ਜੇ ਆਪਾਂ ਨਜ਼ਰ ਮਾਰੀਏ ਤੇ ਇਸ ਸਮੇਂ ਪੰਜਾਬ ਦੇ ਸਕੂਲਾਂ ਦੇ ਵਿੱਚ, ਪ੍ਰਾਇਮਰੀ ਸਕੂਲਾਂ ਦੇ ਵਿੱਚ, ਮਿਡਲ ਸਕੂਲਾਂ ਦੇ ਵਿੱਚ, ਹਾਈ ਸਕੂਲਾਂ ਦੇ ਵਿੱਚ, ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਨਵੀਆਂ ਲਾਇਬ੍ਰੇਰੀਆਂ ਜਿਹੜੀਆਂ ਸਥਾਪਿਤ ਹੋ ਰਹੀਆਂ। ਸਿੱਖਿਆ ਵਿਭਾਗ ਵੱਲੋਂ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਬਹੁਤ ਆਲਾ ਦਰਜੇ ਦੀਆਂ ਕਿਤਾਬਾਂ ਜਿਹੜੀਆਂ ਉਹ ਉੱਥੇ ਭੇਜੀਆਂ ਜਾ ਰਹੀਆਂ। ਲਾਇਬ੍ਰੇਰੀਆਂ ਦੇ ਵਿੱਚ ਖੁਦ ਬੱਚਿਆਂ ਦੀਆਂ ਕਮੇਟੀਆਂ ਬਣਾ ਕੇ ਬੱਚੇ ਆਪਣੇ ਪਸੰਦ ਦੀਆਂ ਕਿਤਾਬਾਂ ਦੀ ਆਪ ਚੋਣ ਕਰ ਰਹੇ ਹੈ। ਤਾਂ ਮੈਨੂੰ ਲੱਗਦਾ ਵੀ ਇਹ ਕੁਛ ਇਸ ਪਾਸੇ ਕੰਮ ਹੋਣਾ ਜਿਹੜਾ ਉਹ ਸ਼ੁਰੂ ਹੋਇਆ ਹੈ। ਮਾਂ-ਬਾਪ ਵੀ ਹੁਣ ਥੋੜ੍ਹੇ ਸੁਚੇਤ ਹੋ ਰਹੇ ਹੈ। ਅੱਜ ਜਦੋਂ ਡਿਜੀਟਲ ਯੁੱਗ ਹੈ ਜਿਹਦੇ 'ਚ ਹਰ ਮਾਂ-ਬਾਪ ਆਪਣੇ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਨੂੰ ਵੇਖ ਕੇ ਕਿਤੇ ਨਾ ਕਿਤੇ ਫਿਕਰਮੰਦੀ ਮਹਿਸੂਸ ਕਰਦਾ। ਤਾਂ ਉਹਦੇ ਵਿੱਚੋਂ ਇਸ ਪੁਸਤਕ ਸੱਭਿਆਚਾਰ ਬਾਰੇ, ਸ਼ਬਦ ਸੱਭਿਆਚਾਰ ਨਾਲ ਜੋੜਨ ਦੇ ਲਈ ਉਹਨਾਂ 'ਚ ਕਿਤੇ ਨਾ ਕਿਤੇ ਚੇਤਨਾ ਵੀ ਆ ਰਹੀ ਹੈ ਤੇ ਕੁਝ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸ਼ੁਰੂ ਹੋ ਰਹੀਆਂ। ਮੈਂ ਬਚਪਨ ਦੀ ਗੱਲ ਇਸ ਕਰਕੇ ਕੀਤੀ ਕਿਤੇ ਆਪਾਂ ਸੁਣਿਆ ਸੀ ਵੀ ਬਰਗਾੜੀ ਸਾਹਿਬ ਨੂੰ ਵੀ ਕਹਿੰਦੇ ਵੀ ਹਿੰਦੀ ਤੋਂ ਬਹੁਤ ਡਰ ਲੱਗਦਾ ਸੀਗਾ, ਤੇ ਫਿਰ ਉਹ ਵਾਕਿਆ ਕਿਵੇਂ ਹੋਇਆ ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਉਹਦੇ 'ਚ ਵੀ ਬਹੁਤ ਕੁਝ ਛੁਪਿਆ। ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ 'ਚ ਹੀ ਪੜ੍ਹਦਾ ਸੀ ਤੇ ਉਸ ਸਮੇਂ ਹਿੰਦੀ ਹੈ ਜਿਹੜੀ ਉਹ ਤੀਸਰੀ ਜਮਾਤ ਤੋਂ ਸ਼ੁਰੂ ਹੁੰਦੀ ਸੀ ਹਿੰਦੀ ਪੜ੍ਹਨੀ। ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਮੈਨੂੰ ਹਿੰਦੀ ਵਿਸ਼ਾ ਪੜ੍ਹਨ ਦੇ ਵਿੱਚੋਂ ਡਰ ਲੱਗਦਾ ਸੀ ਔਰ ਸਾਡੇ ਅਧਿਆਪਕ ਹੈ ਜਿਹੜੇ ਉਹ ਵੀ ਥੋੜ੍ਹੇ ਸਖਤ ਸੁਭਾਅ ਦੇ ਸੀ। ਤੇ ਜਦੋਂ ਹੀ ਅੱਧੀ ਛੁੱਟੀ ਤੋਂ ਬਾਅਦ ਹਿੰਦੀ ਦੀ ਪੜ੍ਹਾਈ ਸ਼ੁਰੂ ਹੋਣੀ ਤੇ ਉਸ ਤੋਂ ਪਹਿਲਾਂ ਹੀ ਮੈਨੂੰ ਡਰ ਲੱਗਣਾ ਸ਼ੁਰੂ ਹੋ ਜਾਣਾ ਤੇ ਅਕਸਰ ਮੈਂ ਅੱਧੀ ਛੁੱਟੀ ਵੇਲੇ ਸਕੂਲ 'ਚੋਂ ਦੌੜ ਜਾਂਦਾ ਸੀ। ਤੇ ਹੌਲੀ ਹੌਲੀ ਜਦੋਂ ਇਹ ਸਮੱਸਿਆ ਮੇਰੇ ਮਾਂ-ਬਾਪ ਦੇ ਧਿਆਨ 'ਚ ਆਈ ਕਿਉਂਕਿ ਉਹ ਵੀ ਅਧਿਆਪਕ ਸੀ ਤਾਂ ਉਸ ਦੌਰ ਦੇ ਵਿੱਚ ਫਿਰ ਮੈਨੂੰ ਕੁਛ ਇਸ ਕਿਸਮ ਦੇ ਹਿੰਦੀ ਦੇ ਬੱਚਿਆਂ ਦੇ ਰਸਾਲੇ ਪੜ੍ਹਨ ਦਾ ਜਿਹੜਾ ਉਹ ਸ਼ੌਂਕ ਪੈ ਗਿਆ, ਚਾਹੇ ਉਹ ਲੋਟਪੋਟ ਸੀ, ਚੰਪਕ ਸੀ, ਸੁਮਨ ਸੌਰਭ ਸੀ। ਤਾਂ ਮੈਂ ਉਹ ਜਦੋਂ ਰਸਾਲੇ ਪੜ੍ਹੇ ਤਾਂ ਮੈਨੂੰ ਹਿੰਦੀ ਭਾਸ਼ਾ ਨਾਲ ਇੰਨਾ ਪਿਆਰ ਹੋ ਗਿਆ ਕਿ ਮੈਨੂੰ ਹੁਣ ਇਹ ਲੱਗਦਾ ਕਿ ਮੈਂ ਜਿਹੜੀਆਂ ਲਗਭਗ 20 ਕਿਤਾਬਾਂ ਟਰਾਂਸਲੇਟ ਕੀਤੀਆਂ ਪੰਜਾਬੀ ਭਾਸ਼ਾ 'ਚੋਂ, ਉਹਦੇ 'ਚੋਂ ਲਗਭਗ ਜਿਹੜੀਆਂ 14 ਕਿਤਾਬਾਂ ਉਹ ਹਿੰਦੀ ਭਾਸ਼ਾ ਤੋਂ ਹੀ ਮੈਂ ਪੰਜਾਬੀ ਭਾਸ਼ਾ 'ਚ
ਟਰਾਂਸਲੇਟ ਕੀਤੀਆਂ, ਅਨੁਵਾਦ ਕੀਤੀਆਂ। ਤੇ ਉਹ ਜਿਹੜੇ ਮੈਗਜ਼ੀਨ ਸੀ ਜਿਹੜੇ ਮੈਂ ਉਸ ਦੌਰ ਦੇ ਵਿੱਚ ਹਿੰਦੀ ਦੇ ਪੜ੍ਹੇ ਤੇ ਉਹਨਾਂ ਨੇ ਮੇਰੇ ਮਨ ਦੇ ਵਿੱਚੋਂ ਹਿੰਦੀ ਭਾਸ਼ਾ ਪ੍ਰਤੀ ਡਰ ਵੀ ਦੂਰ ਕੀਤਾ ਔਰ ਮੇਰਾ ਜਿਹੜਾ ਪਿਆਰ ਹੈ ਉਹ ਸਾਹਿਤ ਨਾਲ ਪੈਦਾ ਕੀਤਾ। ਮੈਨੂੰ ਇਹ ਮੇਰੇ ਮਨ 'ਚ ਭੁੱਖ ਪੈਦਾ ਹੋਈ ਕਿ ਮੈਂ ਚੰਗੀਆਂ ਕਹਾਣੀਆਂ, ਚੰਗੀਆਂ ਕਿਤਾਬਾਂ ਜਿਹੜੀਆਂ ਉਹ ਪੜ੍ਹਾਂ। ਉਹ ਅਸੀਂ ਕਹਿੰਦੇ ਨੇ ਵੀ ਪ੍ਰਤੱਖ ਨੂੰ ਪ੍ਰਮਾਣ ਕੀ, ਇਹ ਤੁਹਾਡੀ ਆਪਣੀ ਜ਼ਾਤੀ ਤਜਰਬੇ ਦੇ ਵਿੱਚੋਂ ਅਸੀਂ ਸਾਂਝਾ ਕਰ ਰਹੇ ਹਾਂ। ਔਰ ਦੇਖੋ ਕੈਸੀ ਚੀਜ਼ ਹੈ ਵੀ ਕਿਤਾਬਾਂ ਜਿਹੜੀਆਂ ਸਿਲੇਬਸ ਤੋਂ ਹਟ ਕੇ ਜਦੋਂ ਇਨਸਾਨ ਪੜ੍ਹਦਾ ਹੈ ਤਾਂ ਫਿਰ ਉਹਦਾ ਇੱਕ ਭਾਸ਼ਾ ਦੇ ਪ੍ਰਤੀ ਪਿਆਰ ਵੀ ਵੱਧਦਾ ਹੈ ਤੇ ਸਤਿਕਾਰ ਵੀ ਵੱਧਦਾ ਹੈ ਤੇ ਜੁੜਾਅ ਵੀ ਵੱਧਦਾ ਹੈ, ਜਿਹਦੇ ਤੋਂ ਉਹ ਡਰ ਰਿਹਾ ਹੁੰਦਾ। ਅਸਲ ਦੇ ਵਿੱਚ ਡਰ ਸਾਡੇ ਮਨਾਂ ਦੇ ਵਿੱਚ ਉਦੋਂ ਹੀ ਹੁੰਦਾ ਹੈ ਜਦੋਂ ਸਾਡੇ ਕੋਲ ਗਿਆਨ ਨਹੀਂ ਹੁੰਦਾ। ਕਿਸੇ ਦੂਜੇ ਧਰਮ ਦੇ ਬਾਰੇ ਵੀ ਹੋ ਸਕਦਾ ਹੈ, ਕਿਸੇ ਸਾਡੇ ਹੀ ਗੁਆਂਢੀ ਦੇ ਬਾਰੇ ਵੀ ਹੋ ਸਕਦਾ ਹੈ। ਜਦੋਂ ਤੱਕ ਅਸੀਂ ਉਹਨੂੰ ਜਾਣ ਨਹੀਂ ਲੈਂਦੇ ਉਦੋਂ ਤੱਕ ਉਹ ਡਰ ਸਾਡੇ ਅੰਦਰ ਬਣਿਆ ਰਹਿੰਦਾ ਹੈ। ਇਹ ਡਰ ਨੂੰ ਕੱਢਣ ਦਾ ਕੰਮ ਜਿਹੜਾ ਉਹ ਕਿਤਾਬਾਂ ਕਰਦੀਆਂ ਨੇ। ਕਿਤਾਬਾਂ ਨਾਲ ਜੁੜਨ ਦਾ ਕੰਮ ਜਿਹੜਾ ਹੈ ਉਹ ਸਾਨੂੰ ਲਾਇਬ੍ਰੇਰੀਆਂ 'ਚ ਮਿਲਦਾ ਹੈ। ਜਦੋਂ ਅਸੀਂ ਪਬਲਿਕ ਲਾਇਬ੍ਰੇਰੀਜ਼ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਹੀ ਨਹੀਂ, ਭਾਰਤ ਪੂਰਾ ਹੀ ਪਿੰਡਾਂ ਦਾ ਦੇਸ਼ ਹੈ। ਕਿ ਪਿੰਡ ਜਾਂ ਸ਼ਹਿਰ ਸਾਡੇ ਕੋਲ ਲਾਇਬ੍ਰੇਰੀਆਂ ਦੀ ਜੋ ਸੰਖਿਆ ਹੋਣੀ ਚਾਹੀਦੀ ਹੈ ਕਿ ਉੱਦਾਂ ਦੀ ਹੈ? ਬਿਲਕੁਲ ਜੀ। ਜਦੋਂ ਅਸੀਂ ਪੰਜਾਬੀ ਸੱਭਿਆਚਾਰ 'ਤੇ ਨਜ਼ਰ ਮਾਰਦੇ ਹਾਂ, ਪੰਜਾਬੀ ਜਨਜੀਵਨ 'ਤੇ ਨਜ਼ਰ ਮਾਰਦੇ ਹਾਂ, ਤਾਂ ਜਦੋਂ ਅਸੀਂ ਹੋਰ ਬਹੁਤ ਸਾਰੀਆਂ ਇੱਕ ਖੁਸ਼ਹਾਲ ਜੀਵਨ ਦੀਆਂ ਜਿਹੜੀਆਂ ਸਹੂਲਤਾਂ ਹੈ ਉਹ ਆਪਦੇ ਜੀਵਨ ਦੇ ਵਿੱਚ ਮਾਣ ਰਹੇ ਹੁੰਦੇ ਆ ਤੇ ਆਲੇ ਦੁਆਲੇ ਬੜੀਆਂ ਚੀਜ਼ਾਂ, ਬਹੁਤ ਸੋਹਣੇ ਸਾਡੇ ਘਰ ਨਜ਼ਰ ਆਉਂਦੇ ਹੈ, ਤਾਂ ਉੱਥੇ ਕਿਤੇ ਨਾ ਕਿਤੇ ਇਹ ਅਫਸੋਸ ਵੀ ਹੁੰਦਾ ਹੈ ਕਿ ਅਸੀਂ ਲਾਇਬ੍ਰੇਰੀਆਂ ਵਾਲੇ ਪੱਖ ਤੋਂ, ਸ਼ਬਦ ਸੱਭਿਆਚਾਰ ਵਾਲੇ ਪੱਖ ਤੋਂ, ਚੰਗੀਆਂ ਕਿਤਾਬਾਂ ਦੇ ਨਾਲ ਜੁੜਨ ਵਾਲੇ ਪੱਖ ਤੋਂ ਕਿਤੇ ਨਾ ਕਿਤੇ ਅਵੇਸਲੇ ਰਹੇ ਹੈ, ਕਿਤੇ ਨਾ ਕਿਤੇ ਲਾਪਰਵਾਹ ਰਹੇ ਹੈ। ਪੰਜਾਬ ਦੇ ਵਿੱਚ ਲਗਭਗ 12,000 ਪਿੰਡ ਨੇ ਔਰ 80 ਦੇ ਲਗਭਗ ਛੋਟੇ ਵੱਡੇ ਸ਼ਹਿਰ ਕਸਬੇ ਨੇ, ਲੇਕਿਨ ਜੇ ਅਸੀਂ ਲਾਇਬ੍ਰੇਰੀਆਂ ਦੀ ਗੱਲ ਕਰਨੀ ਹੋਵੇ ਤਾਂ ਮੁਸ਼ਕਲ ਨਾਲ 100 ਲਾਇਬ੍ਰੇਰੀ ਵੀ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਉਂਦੀ ਜਿੱਥੇ ਬਹੁਤ ਵਧੀਆ ਢੰਗ ਨਾਲ ਜਿਹੜੀਆਂ ਲਾਇਬ੍ਰੇਰੀ ਨੂੰ ਚਲਾਇਆ ਜਾ ਰਿਹਾ ਹੋਵੇ। ਕਿਤੇ ਨਾ ਕਿਤੇ ਸਰਕਾਰ ਤਾਂ ਇਸ ਮਸਲੇ 'ਤੇ ਵੱਖ-ਵੱਖ ਸਰਕਾਰਾਂ ਸਮੇਂ ਥੋੜ੍ਹਾ ਬਹੁਤਾ ਅਵੇਸਲੀਆਂ ਰਹੀਆਂ ਹੀ, ਲੇਕਿਨ ਮੈਂ ਇਹਦੇ 'ਚ ਸਭ ਤੋਂ ਵੱਡਾ ਦੋਸ਼ੀ ਹੈ ਜਿਹੜਾ ਉਹ ਸਾਡੇ ਸਮਾਜ ਨੂੰ ਸਮਝਦਾ ਹੈ ਕਿ ਸਮਾਜ ਵੀ ਇਸ ਮਹੱਤਵਪੂਰਨ ਵਿਸ਼ੇ 'ਤੇ ਕਿਤੇ ਨਾ ਕਿਤੇ ਅੱਖਾਂ ਮੀਚੀ ਜਿਹੜਾ ਬੈਠਾ ਰਿਹਾ। ਬਹੁਤ ਸਾਰੇ ਸਾਡੇ ਸਰਕਾਰੀ ਅਦਾਰਿਆਂ ਦੇ ਵਿੱਚ, ਸਾਡੀਆਂ ਨਗਰ ਕੌਂਸਲਾਂ ਦੇ ਵਿੱਚ, ਪੰਚਾਇਤਾਂ ਦੇ ਵਿੱਚ, ਹੋਰ ਬਹੁਤ ਸਾਰੇ ਥਾਵਾਂ 'ਤੇ ਜਿਹੜੀਆਂ ਲਾਇਬ੍ਰੇਰੀਆਂ ਦੀ ਉਹ ਸ਼ੁਰੂਆਤ ਤਾਂ ਕੀਤੀ ਗਈ ਲੇਕਿਨ ਉਹ ਬਹੁਤ ਪੁਖਤਾ ਢੰਗ ਨਾਲ ਕੰਮ ਨਹੀਂ ਕਰ ਸਕੀਆਂ। ਜਿਹੜੇ ਸਾਡੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਵੀ ਲਾਇਬ੍ਰੇਰੀਆਂ ਜਿਹੜੀਆਂ ਹੁਣ ਉਹਨਾਂ ਵੱਲ ਧਿਆਨ ਦਿੱਤਾ ਜਾਣਾ ਸ਼ੁਰੂ ਹੋਇਆ। ਅੱਜ ਸੋਸ਼ਲ ਮੀਡੀਆ ਦਾ ਦੌਰ ਹੈ, ਇਨਫੋਰਮੇਸ਼ਨ ਬਹੁਤ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਫੈਲਦੀ ਹੈ। ਮੈਨੂੰ ਇਹ ਲੱਗਦਾ ਕਿ ਇਹਨੇ ਇੱਕ ਚੰਗਾ ਰੋਲ ਨਿਭਾਉਣਾ ਸ਼ੁਰੂ ਕੀਤਾ ਹੈ। ਜਦੋਂ ਪੰਜਾਬੀ ਹੋਰਨਾਂ ਮੁਲਕਾਂ 'ਚ ਗਏ, ਉੱਥੇ ਜਾ ਕੇ ਸਮਝਿਆ ਕਿ ਉੱਥੋਂ ਦੇ ਚੰਗੇ ਸਮਾਜਿਕ ਪ੍ਰਬੰਧ ਦੇ, ਚੰਗੇ ਰਾਜਸੀ ਪ੍ਰਬੰਧ ਦਾ ਕੀ ਕਾਰਨ ਨੇ, ਤੇ ਉਹਨਾਂ ਨੂੰ ਲੱਗਿਆ ਕਿ ਉੱਥੋਂ ਦੇ ਜਿਹੜੇ ਸਮਾਜ ਦਾ ਬੌਧਿਕ ਲੈਵਲ ਹੈ ਉਹ ਚੰਗਾ ਹੈ। ਸਮਾਜ ਦਾ ਬੌਧਿਕ ਲੈਵਲ ਚੰਗਾ ਕਿਉਂ ਹੈ? ਜਦੋਂ ਉਹਨਾਂ ਨੇ ਇਹਦਾ ਐਨਾਲਿਸਿਸ ਕੀਤਾ ਤੇ ਇਹ ਲੱਗਿਆ ਕਿ ਉਹ ਕਿਤੇ ਨਾ ਕਿਤੇ ਚੰਗੇ ਵਿਚਾਰਾਂ ਨਾਲ ਜੁੜੇ ਹੁੰਦੇ। ਜਦੋਂ ਚੰਗੇ ਵਿਚਾਰਾਂ ਦੀ ਗੱਲ ਆਈ ਤਾਂ ਫਿਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਵੀ ਇਹੀ ਰਾਹ ਅਪਣਾਉਣਾ ਪਊਗਾ। ਤਾਂ ਹੁਣ ਜਿਹੜਾ ਇਸ ਤਰ੍ਹਾਂ ਲੱਗਿਆ ਕਿ ਸਾਡੇ ਲੋਕ ਹੈ ਜਿਹੜੇ ਉਹ ਅਵੇਅਰ ਹੋ ਰਹੇ ਨੇ। ਬਹੁਤ ਸਾਰੇ ਥਾਵਾਂ 'ਤੇ ਬਹੁਤ ਸਾਰੇ ਸਭਾ ਸੁਸਾਇਟੀਆਂ, ਕਲੱਬ ਹੈ ਜਿਹੜੇ ਉਹ ਬੜੇ ਵਧੀਆ ਉਪਰਾਲੇ ਕਰ ਰਹੇ ਨੇ। ਸਾਡੇ ਜਿਹੜੇ ਪ੍ਰਵਾਸੀ ਦੋਸਤ ਨੇ ਉਹ ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਚੰਗੀਆਂ ਲਾਇਬ੍ਰੇਰੀਆਂ ਖੋਲ੍ਹਣ ਦੇ ਵਿੱਚ ਮਦਦਗਾਰ ਸਾਬਤ ਹੋ ਰਹੇ ਨੇ। ਬਹੁਤ ਸਾਰੇ ਚੰਗੇ ਰੁਝਾਨ ਹੈ ਜਿਹੜੇ ਉਹ ਸਾਹਮਣੇ ਆ ਰਹੇ ਨੇ, ਲੇਕਿਨ ਹਾਲੇ ਇਹ ਗਿਣਤੀ ਦੇ ਵਿੱਚ ਬਹੁਤ ਥੋੜ੍ਹੇ ਨੇ। ਇੱਕ ਅਸੀਂ ਧਾਰਨਾ ਇਹ ਪਾਲ ਲੈਂਦੇ ਹਾਂ ਕਿ ਭਾਈ ਆਹ ਵਾਲੇ ਹੋਟਲ ਦੇ ਵਿੱਚ ਜਾਂ ਇਸ ਜਗ੍ਹਾ ਦੇ ਉੱਤੇ ਤਾਂ ਮੈਂ ਨਹੀਂ ਜਾ ਸਕਦਾ, ਮੇਰੇ ਵਾਸਤੇ ਨਹੀਂ ਹੈ, ਇਹ ਤਾਂ ਕੁਝ ਖਾਸ ਕਿਸਮ ਦੇ ਲੋਕਾਂ ਵਾਸਤੇ ਹੈ। ਸ਼ਾਇਦ ਸਾਡੇ ਸਮਾਜ ਦੇ ਵਿੱਚ ਕਿਤੇ ਇਹ ਧਾਰਨਾ ਵੀ ਹੈ ਕਿ ਲਾਇਬ੍ਰੇਰੀ ਜਿਹੜੀ ਹੈ ਇੱਕ ਆਮ ਬੰਦੇ ਵਾਸਤੇ ਨਹੀਂ ਹੈ, ਇਹ ਤਾਂ ਕੋਈ ਖਾਸ ਬੰਦੇ ਨੇ ਜਿਹੜੇ ਬਹੁਤ ਪੜ੍ਹੇ ਲਿਖੇ ਹੁੰਦੇ ਨੇ ਉਹਨਾਂ ਵਾਸਤੇ ਹੈ। ਹੁਣ ਮੈਂ ਤੁਹਾਡੇ ਮੂੰਹੋਂ ਆਪਣੇ ਦਰਸ਼ਕਾਂ ਤੱਕ ਇਹ ਪਹੁੰਚਾਉਣਾ ਚਾਹਾਂਗਾ ਕਿ ਲਾਇਬ੍ਰੇਰੀ ਕਿਹਨਾਂ ਵਾਸਤੇ ਹੈ ਔਰ ਉੱਥੇ ਕੌਣ ਜਾ ਸਕਦਾ ਹੈ ਔਰ ਉੱਥੇ ਜਾ ਕੇ ਉਹ ਕੀ ਹਾਸਿਲ ਕਰ ਸਕਦਾ ਹੈ। ਲਾਇਬ੍ਰੇਰੀ ਗਿਆਨ ਦਾ ਖਜ਼ਾਨਾ ਹੈ ਤੇ ਗਿਆਨ ਸਮਾਜ ਦੇ ਹਰ ਸ਼ਖਸ ਨੂੰ ਓਨਾ ਹੀ ਲੋੜੀਦਾ ਹੈ ਜਿੰਨਾ ਉਹਦੇ ਲਈ ਰੋਟੀ ਦੀ ਲੋੜ ਹੈ, ਜਿੰਨੀ ਉਹਦੇ ਲਈ ਪਾਣੀ ਦੀ ਲੋੜ ਹੈ, ਜਿੰਨੀ ਉਹਦੇ ਲਈ ਨੀਂਦ ਦੀ ਲੋੜ ਹੈ।
ਤਾਂ ਉਹਨੂੰ ਗਿਆਨ ਹਾਸਲ ਕਰਨਾ ਵੀ ਉਹਦੇ ਜੀਵਨ ਦਾ ਅਨਸਰ ਦੀ ਲੋੜ ਹੈ। ਚਾਹੇ ਅਸੀਂ ਸਮਾਜ ਦੇ ਕਿਸੇ ਵੀ ਸ਼ੋਬੇ ਦੇ ਵਿੱਚ ਰਹਿੰਦੇ ਹੋਈਏ, ਕੋਈ ਵੀ ਕੰਮ ਕਰਦੇ ਹੋਈਏ, ਉਸ ਕੰਮ ਦੇ ਵਿੱਚ ਅਸੀਂ ਤਾਂ ਹੀ ਅੱਗੇ ਵੱਧ ਸਕਾਂਗੇ ਜੇ ਸਾਡੇ ਕੋਲੇ ਉਸ ਕੰਮ ਦਾ ਇਤਿਹਾਸ ਸਾਨੂੰ ਪਤਾ ਹੈ, ਉਸ ਕਾਰਜ ਖੇਤਰ ਦਾ ਵਰਤਮਾਨ ਸਾਨੂੰ ਪਤਾ ਹੈ ਤੇ ਉਸ ਕਾਰਜ ਖੇਤਰ ਦੇ ਸਾਨੂੰ ਭਵਿੱਖ ਬਾਰੇ ਪਤਾ ਹੈ। ਔਰ ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜਾ ਗਿਆਨ ਦਾ ਖਜ਼ਾਨਾ ਸਾਡੇ ਤੋਂ ਪਹਿਲੀ ਪੀੜ੍ਹੀ ਨੇ ਸਾਡੇ ਲਈ ਅਰਜਿਤ ਕਰਕੇ ਦਿੱਤਾ ਹੈ, ਉਹਦੇ ਤੋਂ ਹਾਸਲ ਕਰ ਸਕਦੇ ਆ। ਤੋਂ ਲਾਇਬ੍ਰੇਰੀ, ਗਿਆਨ ਹਾਸਲ ਕਰਨਾ, ਸ਼ਬਦ ਸੱਭਿਆਚਾਰ ਨਾਲ ਜੁੜਨਾ, ਇਹ ਸਾਡੇ ਸਮਾਜ ਦੇ ਹਰ ਸ਼ਖਸ ਲਈ ਅਨਸਰ ਦੀ ਲੋੜ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਭੁੱਖ ਲਈ ਸਾਨੂੰ ਰੋਟੀ ਦੀ ਲੋੜ ਹੈ, ਥਕਾਵਟ ਤੋਂ ਬਾਅਦ ਸਾਨੂੰ ਨੀਂਦ ਦੀ ਲੋੜ ਹੈ, ਇਸੇ ਤਰ੍ਹਾਂ ਸਾਨੂੰ ਚੰਗੇ ਵਿਚਾਰਾਂ ਦੀ, ਚੰਗੇ ਗਿਆਨ ਦੀ ਸਦਾ ਲੋੜ ਬਣੀ ਰਹਿੰਦੀ ਹੈ। ਇਹ ਤੁਹਾਡੀ ਗੱਲ ਮੰਨ ਗਿਆ ਮੈਂ ਕਹਿੰਦਾ ਇੱਕ ਆਮ ਬੰਦਾ ਜਿਹੜਾ ਲਾਇਬ੍ਰੇਰੀ ਦੇ ਮੂਹਰੋਂ ਜਾਂਦਾ ਪਿਆ, ਲੰਘਦਾ ਪਿਆ, ਉੱਥੇ ਲਿਖਿਆ ਵੀ ਹੈ ਪਬਲਿਕ ਲਾਇਬ੍ਰੇਰੀ। ਸਾਡੇ ਕੋਲ ਇੱਥੇ ਜਲੰਧਰ ਸ਼ਹਿਰ ਦੇ ਵਿੱਚ ਵੀ ਗੁਰੂ ਨਾਨਕ ਲਾਇਬ੍ਰੇਰੀ ਹੈ, ਮਿਊਨਿਸਪਲ ਕਾਰਪੋਰੇਸ਼ਨ ਦੀ ਲਾਇਬ੍ਰੇਰੀ ਹੈ। ਉਹਦੇ ਮੂਹਰੋਂ ਲੰਘਦੇ ਹੋਏ ਬੰਦੇ ਨੂੰ ਇਹ ਕਿੱਦਾਂ ਲੱਗੇ ਕਿ ਇਹ ਮੇਰੇ ਵਾਸਤੇ ਹੈ? ਉਹ ਸੋਚਦਾ ਕਿ ਮੇਰੇ ਵਾਸਤੇ ਨਹੀਂ ਹੈ। ਉੱਥੇ ਜਾ ਕੇ ਉਹਨੂੰ ਕੀ ਮਿਲੇਗਾ? ਜਿੱਦਾਂ ਇੱਕ ਸਿਨੇਮਾ ਹਾਲ ਦੇ ਵਿੱਚ ਉਹਨੂੰ ਪਤਾ ਹੁੰਦਾ ਕਿ ਹਾਂਜੀ ਆਹ ਫਲਾਣੀ ਫਿਲਮ ਲੱਗ ਰਹੀ ਹੈ, ਇਹਦੇ 'ਚ ਆਹ ਐਕਟਰ ਕੰਮ ਕਰ ਰਿਹਾ ਵਾ, ਮੈਂ ਜਾ ਕੇ ਫਿਲਮ ਵੀ ਦੇਖ ਸਕਦਾ ਵਾਂ, ਚਾਹ ਪਾਣੀ ਵੀ ਪੀ ਸਕਦਾ ਵਾਂ, ਰਿਫਰੈਸ਼ਮੈਂਟ ਲੈ ਸਕਦਾ ਵਾਂ, ਹੈ ਨਾ, ਅਤੇ ਤਰੋ ਤਾਜ਼ਾ ਹੋ ਕੇ ਬਾਹਰ ਨਿਕਲਾਂਗਾ। ਬਿਲਕੁਲ। ਲਾਇਬ੍ਰੇਰੀ ਨੂੰ ਦੇਖ ਕੇ ਕੀ ਇਹ ਧਾਰਨਾ ਤੁਹਾਨੂੰ ਲੱਗਦਾ ਹੈ ਜਾਗਦੀ ਇੱਕ ਆਮ ਇਨਸਾਨ ਦੇ ਵਿੱਚ? ਬਿਲਕੁਲ, ਤੁਹਾਡੀ ਗੱਲ ਇਹ ਬਿਲਕੁਲ ਵਾਜਬ ਹੈ ਕਿ ਆਮ ਲੋਕ ਜਿਹੜਾ ਪੜ੍ਹਨ ਲਿਖਣਾ ਹੈ ਉਹਨੂੰ ਰੁਜ਼ਗਾਰ ਤੱਕ ਸੀਮਿਤ ਰੱਖਦਾ ਹੈ। ਬਿਲਕੁਲ ਸਹੀ। ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਸਿਰਫ ਰੁਜ਼ਗਾਰ ਹਾਸਲ ਕਰਨ ਲਈ ਹੈ। ਔਰ ਹੁਣ ਜੇਕਰ ਉਹ ਪੜ੍ਹਨ ਲਿਖਣ ਤੋਂ ਬਾਅਦ ਰੁਜ਼ਗਾਰ ਹਾਸਲ ਉਸਨੇ ਕਰ ਲਿਆ ਤਾਂ ਉਸਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੜ੍ਹਨ ਲਿਖਣ ਦਾ ਜਿਹੜਾ ਅਖੀਰਲਾ ਨਿਸ਼ਾਨਾ ਸੀ ਉਹ ਪੂਰਾ ਹੋ ਗਿਆ। ਤੇ ਜੇ ਉਹਨੂੰ ਰੁਜ਼ਗਾਰ ਹਾਸਲ ਨਹੀਂ ਹੁੰਦਾ ਤੇ ਉਹਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰਾ ਜਿਹੜੀ ਪੜ੍ਹਾਈ ਲਿਖਾਈ ਹੈ ਉਹ ਮੇਰੇ ਕਿਸੇ ਕੰਮ ਨਹੀਂ ਆ ਰਹੀ। ਇਸ ਤਰ੍ਹਾਂ ਦੀ ਸੋਚ ਇੱਕ ਸਮਾਜ 'ਚ ਬਣੀ ਹੋਈ ਹੈ। ਇਸੇ ਕਰਕੇ ਆਮ ਬੰਦੇ ਨੂੰ ਜਦੋਂ ਵੀ ਕੋਈ ਉਹ ਕਿਸੇ ਹੋਰ ਨੂੰ ਕਿਤਾਬਾਂ ਪੜ੍ਹਦੇ ਦੇਖਦਾ ਹੈ ਤੇ ਪਹਿਲੇ ਉਹਦੇ ਮਨ 'ਚ ਇਹੀ ਸਵਾਲ ਹੁੰਦਾ ਹੈ ਵੀ ਤੂੰ ਕੋਈ ਕੋਰਸ ਕਰਦਾ ਹੈ, ਤੂੰ ਕੋਈ ਪੜ੍ਹਾਈ ਕਰ ਰਿਹਾ ਹੈ, ਕੋਈ ਕਿਸੇ ਜਮਾਤ ਦੇ ਤੂੰ ਪੇਪਰ ਦੇਣੇ ਹੈ। ਇਸ ਕਿਸਮ ਦੀ ਜਿਹੜੀ ਸੋਚ ਹੈ ਇਹ ਸਮਾਜ 'ਚ ਬਣੀ ਹੋਈ ਹੈ। ਲੇਕਿਨ ਹੌਲੀ ਹੌਲੀ ਇਹ ਜਿਹੜੀਆਂ ਇਹ ਚੀਜ਼ਾਂ ਬਦਲ ਰਹੀਆਂ। ਗਿਆਨ ਹੈ ਜਿਹੜਾ ਉਹ ਸਾਡੇ ਸਮਾਜਿਕ ਸਰੋਕਾਰਾਂ ਨਾਲ ਵੀ ਜੁੜਿਆ ਹੋਇਆ ਹੈ ਕਿ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸਮਾਜਿਕ ਸਰੋਕਾਰ ਹੁੰਦੇ ਨੇ ਉਹ ਫਿਰ ਇਹਨਾਂ ਚੀਜ਼ਾਂ ਆਲੇ ਦੁਆਲੇ ਨੂੰ ਦੇਖਦੇ ਆ, ਆਬਜ਼ਰਵ ਕਰਦੇ ਆ, ਐਨਾਲਿਸਿਸ ਕਰਦੇ ਆ, ਤਾਂ ਫਿਰ ਉਹ ਜਿਹੜਾ ਲਾਜ਼ਮੀ ਰੂਪ 'ਚ ਕਿਤਾਬਾਂ ਨਾਲ ਵੀ ਜੁੜਦੇ ਆ, ਪੜ੍ਹਨ ਲਿਖਣ ਨਾਲ ਜੁੜਦੇ ਆ। ਹੁਣ ਮੈਂ ਤੁਹਾਡੇ ਵਾਲੇ ਪਾਸੇ ਆਉਣਾ ਵੀ ਤੁਸੀਂ ਅਧਿਆਪਨ ਦੇ ਖੇਤਰ ਨਾਲ ਵੀ ਜੁੜੇ ਰਹੇ ਹੋ, ਤੁਸੀਂ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਬਹੁਤ ਸਾਰੇ ਉਪਰਾਲੇ ਵੀ ਕੀਤੇ, ਮੇਲੇ ਵੀ ਲਾਏ ਨੇ, ਪੁਸਤਕ ਮੇਲੇ ਵੀ ਲਾਏ ਨੇ। ਇਸ ਸਭ ਕਾਸੇ ਦੇ ਦੌਰਾਨ ਜਦੋਂ ਤੁਸੀਂ ਸਾਰਾ ਕੁਝ ਕਰਦੇ ਰਹੇ ਹੋ ਤਾਂ ਕੀ ਤੁਸੀਂ ਮਹਿਸੂਸ ਕੀਤਾ ਕਿ ਕਿਸੇ ਖਾਸ ਖਿੱਤੇ ਦੇ ਨਾਲ ਪੜ੍ਹੇ ਲਿਖੇ ਔਰ ਜਿਹੜਾ ਲਾਇਬ੍ਰੇਰੀ ਨਾਲ ਜੁੜਨ ਦਾ ਜ਼ਿਆਦਾ ਰੁਝਾਨ ਹੈ? ਮੇਰੇ ਕਹਿਣ ਦਾ ਮੁਰਾਦ ਹੈ ਵੀ ਸਾਡੇ ਕੋਲ ਸਾਇੰਸ ਵੀ ਹੈ, ਫਿਜ਼ਿਕਸ ਵੀ ਹੈ, ਮੈਥਮੈਟਿਕਸ ਵੀ ਹੈ, ਸਾਹਿਤ ਵੀ ਹੈ, ਹੋਰ ਵੀ ਬਹੁਤ ਕੁਝ ਹੈ। ਕਿਸੇ ਖਾਸ ਚੀਜ਼ ਨੂੰ ਲੈ ਕੇ ਲੋਕ ਜ਼ਿਆਦਾ ਜੁੜਦੇ ਹੋਣ ਲਾਇਬ੍ਰੇਰੀ ਦੇ ਨਾਲ, ਕਿਸੇ ਖਾਸ ਫੀਲਡ ਦਾ? ਜੇ ਤੁਹਾਨੂੰ ਇਸ ਤਰ੍ਹਾਂ ਹੁੰਦਾ ਜੀ ਕਿ ਜਿਹੜਾ ਜਦੋਂ ਆਪਾਂ ਪੰਜਾਬ 'ਚ ਝਾਤੀ ਮਾਰਦੇ ਹਾਂ ਤੇ ਪੰਜਾਬ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਮਾਲਵੇ ਦੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਹੈ ਜਿਹੜੇ ਉਹ ਕਿਤਾਬਾਂ ਪੜ੍ਹਦੇ ਨੇ। ਔਰ ਦੁਆਬੇ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਦੁਆਬੇ ਦੇ ਵਿੱਚ ਸਾਹਿਤ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੈ। ਬਿਲਕੁਲ। ਅਸਲ 'ਚ ਕੀ ਹੁੰਦਾ ਹੈ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕਹੀ ਹੈ ਕਿ ਸਾਹਿਤ ਸਾਨੂੰ ਸਾਡੇ ਆਲੇ ਦੁਆਲੇ ਬਾਰੇ ਚੇਤਨਾ ਦਿੰਦਾ ਹੈ। ਹੁਣ ਜਦੋਂ ਜਿਹੜੇ ਸਾਡੇ ਸਮਾਜਿਕ ਸਰੋਕਾਰ ਨੇ, ਜਿੱਥੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਕੋਈ ਨਾ ਕੋਈ ਐਕਟੀਵਿਟੀ ਚੱਲਦੀਆਂ ਰਹਿੰਦੀਆਂ, ਲਹਿਰਾਂ ਚੱਲਦੀਆਂ ਰਹਿੰਦੀਆਂ, ਸਮਾਗਮ ਹੁੰਦੇ ਰਹਿੰਦੇ ਨੇ, ਤਾਂ ਲਾਜ਼ਮੀ ਰੂਪ 'ਚ ਉਸ ਖੇਤਰ ਦੇ ਲੋਕ ਹੈ ਜਿਹੜੇ ਉਹ ਸਮਾਜਿਕ ਸਰੋਕਾਰਾਂ ਨਾਲ ਨੇੜਿਓਂ ਜੁੜ ਜਾਂਦੇ ਨੇ। ਜਦੋਂ ਉਹ ਸਮਾਜਿਕ ਸਰੋਕਾਰਾਂ ਨਾਲ ਜੁੜ ਜਾਂਦੇ ਨੇ ਤੇ ਫਿਰ ਉਹ ਪੜ੍ਹਨ ਲਿਖਣ ਨਾਲ, ਸਾਹਿਤ ਨਾਲ ਵੀ ਕਿਤੇ ਨਾ ਕਿਤੇ ਨੇੜਿਓਂ ਜੁੜ ਜਾਂਦੇ ਨੇ। ਜਿੱਥੋਂ ਤੱਕ ਵਿਸ਼ੇ ਦੀ ਗੱਲ ਹੈ ਤਾਂ ਸਾਹਿਤ ਦੇ ਵਿੱਚ ਕੁਝ ਵੀ ਇੱਦਾਂ ਨਹੀਂ ਹੁੰਦਾ ਕਿ ਕਿਹੜਾ ਵਿਸ਼ੇ ਦੇ ਵਿਸ਼ੇਸ਼ ਪਾਠਕ ਨੇ ਜਾਂ ਘੱਟ ਨੇ ਜਾਂ ਵੱਧ ਨੇ। ਹਰ ਕਿਸਮ ਦੇ ਪਾਠਕ ਹੁੰਦੇ ਨੇ, ਹਰ ਕਿਸਮ ਦਾ ਬੰਦਾ ਜਿਹੜਾ ਉਹ ਹਰ ਵਿਸ਼ੇ ਤੇ ਪੜ੍ਹਨਾ ਚਾਹੁੰਦਾ ਹੁੰਦਾ ਹੈ। ਸਿਰਫ ਲੋੜ ਇਸ ਗੱਲ ਦੀ ਹੁੰਦੀ ਹੈ ਕਿ ਹਰ ਬੰਦੇ ਦਾ ਜੋ ਟੇਸਟ ਹੈ, ਜੋ ਉਹਦੀ ਲੋੜ ਹੈ, ਉਹਨੂੰ ਉਹਦੇ ਅਨੁਸਾਰ ਜਿਹੜਾ ਉਹ ਸਾਹਿਤ ਹੈ ਜਿਹੜਾ ਉਹਦੇ ਟੇਸਟ ਦੇ ਅਨੁਸਾਰ ਕਿਤੇ ਨਾ ਕਿਤੇ ਕਿਤਾਬਾਂ ਹੈ ਜਿਹੜੀਆਂ ਉਹਨੂੰ ਪੜ੍ਹਨ ਲਈ ਮਿਲਣ ਤਾਂ ਉਹ ਲਾਜ਼ਮੀ ਰੂਪ 'ਚ ਬਹੁਤ ਦਿਲਚਸਪੀ ਨਾਲ ਪੜ੍ਹਦਾ ਹੈ। ਟੇਸਟ ਦੀ ਇਹਨਾਂ ਨੇ ਗੱਲ ਕੀਤੀ ਬਰਗਾੜੀ ਸਾਹਿਬ ਨੇ। ਅਸੀਂ ਜਦੋਂ ਟੇਸਟ ਦੀ ਗੱਲ ਕਰਦੇ ਹਾਂ ਤਾਂ ਸਾਡੇ ਟੇਸਟ ਦੇ ਵਿੱਚ ਗੀਤ ਸੰਗੀਤ ਦਾ ਟੇਸਟ ਜਿਹੜਾ ਸਾਡੀ ਰੂਹ ਦੀ ਅੰਦਰ ਘੁਲਿਆ ਰਹਿੰਦਾ ਹੈ ਔਰ ਉਹਨੂੰ ਅਸੀਂ ਹਮੇਸ਼ਾ ਹੀ ਲੋਚਦੇ ਰਹਿੰਦੇ ਹਾਂ।
ਗੀਤ ਸੰਗੀਤ ਦਾ ਇਸ ਵੇਲੇ ਵੇਲਾ ਹੋ ਰਿਹਾ, ਤੁਹਾਡੀ ਨਜ਼ਰ ਇੱਕ ਗੀਤ ਕਰਦੇ ਹਾਂ ਬਰਗਾੜੀ ਸਾਹਿਬ, ਤੁਹਾਨੂੰ ਵੀ ਪੇਸ਼ ਕਰਦੇ ਹਾਂ, ਇਸ ਗੀਤ ਦੇ ਤੁਹਾਡੇ ਰੂਬਰੂ ਕਰਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਜਾਣਾਂਗੇ ਬਰਗਾੜੀ ਸਾਹਿਬ ਦੇ ਕੋਲੋਂ ਕਿ ਕੀ ਇਹ ਗੀਤ ਸੰਗੀਤ ਦੇ ਵਿੱਚ ਜਿੱਦਾਂ ਪ੍ਰਦੂਸ਼ਣ ਆ ਰਿਹਾ, ਕੀ ਸਾਡੇ ਕੋਲ ਲਾਇਬ੍ਰੇਰੀਆਂ ਦੇ ਵਿੱਚ ਵੀ ਕਿਸੇ ਤਰੀਕੇ ਦਾ ਪ੍ਰਦੂਸ਼ਣ ਆ ਰਿਹਾ, ਗੱਲ ਕਰਾਂਗੇ ਥੋੜੀ ਦੇਰ ਬਾਅਦ। ਪਹਿਲੇ ਦੇਖते हैं गीत। ਘੁੰਮਲੇ ਤੂੰ ਚਾਹੇ ਯੂਕੇ ਅਮਰੀਕਾ, ਪਿਆਰ ਨਾਲ ਭਰੇ ਨੇ ਪੰਜਾਬੀਆਂ ਦੇ ਦਿਲ। ਯੂਕੇ ਅਮਰੀਕਾ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਜਾਣ ਦੀ ਤਾਂਘ ਵੀ ਸਾਡੇ ਅੱਜ ਕੱਲ੍ਹ ਨੌਜਵਾਨਾਂ 'ਚ ਅਸੀਂ ਬਹੁਤ ਦੇਖਦੇ ਹਾਂ। ਬਹੁਤ ਸਾਰੇ ਸਾਡੇ ਆਲੇ ਦੁਆਲੇ ਮਹਿਸੂਸ ਕਰਦੇ ਹਾਂ ਕਿ ਹਾਂਜੀ ਸਭ ਜਹਾਜ਼ ਦੇ ਵਿੱਚ ਛੇਤੀ ਤੋਂ ਛੇਤੀ ਸਟੱਡੀ ਵੀਜ਼ਾ ਲੈ ਕੇ ਬਾਹਰ ਜਾਣ ਲਈ ਤਿਆਰ ਬੈਠੇ ਹਾਂ, ਔਰ ਉਹਦੇ ਵਾਸਤੇ ਵੀ ਪੜ੍ਹਨਾ ਚਾਹੁੰਦੇ ਨੇ। ਪੜ੍ਹਨਾ ਹੈ ਤਾਂ ਉਹਦੇ ਵਾਸਤੇ। ਸੋ ਇਹ ਜਿਹੜਾ ਅਸੀਂ ਗੱਲ ਵਿਸ਼ੇ ਨੂੰ ਲੈ ਕੇ ਚੱਲ ਰਹੇ ਪਏ ਹਾਂ ਵੀ ਲਾਇਬ੍ਰੇਰੀਆਂ ਦਾ ਬੜਾ ਵਧੀਆ ਰੋਚਕ ਗੱਲ ਚੱਲ ਰਹੀ ਸੀਗੀ, ਔਰ ਤੁਸੀਂ ਬੜੀ ਸੋਹਣੀ ਜਾਣਕਾਰੀ ਦੇ ਰਹੇ ਸੀ ਵੀ ਕੀ ਲਾਇਬ੍ਰੇਰੀ ਦੇ ਵਿੱਚ ਵੀ ਜਿੱਦਾਂ ਹੁਣ ਸੰਗੀਤ ਦੇ ਵਿੱਚ ਪ੍ਰਦੂਸ਼ਣ ਜਾ ਚੁੱਕਾ ਆ, ਸਾਡੇ ਹੋਰ ਪਾਸਿਆਂ ਦੇ ਵਿੱਚ ਪ੍ਰਦੂਸ਼ਣ ਹੈ, ਕੀ ਲਾਇਬ੍ਰੇਰੀ 'ਚ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਯਾਰ ਕੁਝ ਚੀਜ਼ਾਂ ਨਹੀਂ ਚਾਹੀਦੀਆਂ ਸੀਗੀਆਂ ਪਰ ਜੁੜ ਗਈਆਂ? ਬਿਲਕੁਲ, ਹਰ ਬੇਲੋੜੀ ਚੀਜ਼ ਹੈ ਜਿਹੜੀ ਉਹ ਕਿਤੇ ਨਾ ਕਿਤੇ ਅਸੀਂ ਉਹਨੂੰ ਪ੍ਰਦੂਸ਼ਣ ਮੰਨ ਸਕਦੇ ਹਾਂ। ਅਸੀਂ ਅਕਸਰ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ ਹਾਂ ਕਿ ਕੋਈ ਵਿਅਕਤੀ ਕੋਈ ਵੀ ਕਿਤਾਬ ਨਾ ਪੜ੍ਹੇ ਤਾਂ ਕੋਈ ਮਾੜੀ ਗੱਲ ਨਹੀਂ, ਠੀਕ ਹੈ, ਲੇਕਿਨ ਜਿਹੜੀ ਵੀ ਉਹ ਪਹਿਲੀ ਕਿਤਾਬ ਪੜ੍ਹੇ ਉਹਨੂੰ ਇੰਨੀ ਦਿਲਚਸਪ ਲੱਗੇ ਕਿ ਉਹਦਾ ਭਵਿੱਖ ਦੇ ਵਿੱਚ ਕਿਤਾਬਾਂ ਪੜ੍ਹਨ ਦੇ ਵਿੱਚ ਵਿਸ਼ਵਾਸ ਬਣ ਜੇ। ਉਹਨੂੰ ਇਸ ਤਰ੍ਹਾਂ ਲੱਗੇ ਕਿ ਕਿਤੇ ਨਾ ਕਿਤੇ ਮੈਂ ਕਿਸੇ ਬਹੁਤ ਵਡਮੁੱਲੇ ਖਜ਼ਾਨੇ ਤੋਂ ਖੁੰਝਿਆ ਰਿਹਾ। ਤਾਂ ਜਿਸ ਤਰ੍ਹਾਂ ਹੁਣ ਪ੍ਰਿੰਟਿੰਗ ਟੈਕਨੋਲੋਜੀ ਜਿੰਨੀ ਆਸਾਨ ਹੋ ਗਈ ਹੈ, ਜਿੰਨੀ ਸੌਖੀ ਢੰਗ ਨਾਲ ਕਿਤਾਬਾਂ ਜਿਹੜੀਆਂ ਉਹ ਛਪਣੀਆਂ ਸ਼ੁਰੂ ਹੋ ਗਈਆਂ, ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਕਿਤਾਬਾਂ ਛਪਦੀਆਂ ਜਿਹੜੀਆਂ ਲੇਖਕਾਂ ਦੁਆਰਾ ਵੀ ਵੰਡੀਆਂ ਜਾਂਦੀਆਂ, ਪਾਠਕਾਂ ਤੱਕ ਪਹੁੰਚਦੀਆਂ, ਲੇਕਿਨ ਕਿਤੇ ਨਾ ਕਿਤੇ ਉਹ ਪਾਠਕ ਦੇ ਭੁੱਖ ਦੀ ਤ੍ਰਿਪਤੀ ਨਹੀਂ ਕਰਦੀਆਂ। ਤਾਂ ਉਹਨੂੰ ਫਿਰ ਇਸ ਤਰ੍ਹਾਂ ਜਾਪਦਾ ਹੈ ਕਿ ਕਿਤੇ ਨਾ ਕਿਤੇ ਮੈਂ ਹਜੇ ਕਿਸੇ ਚੀਜ਼ ਤੋਂ ਵਾਂਝਾ ਹੈ, ਮੇਰੀ ਪਿਆਸ ਹੈ ਜਿਹੜੀ ਉਹ ਹਜੇ ਜਿਉਂ ਦੀ ਤਿਉਂ ਹੈ। ਤਾਂ ਇਸ ਕਿਸਮ ਦਾ ਹੈ, ਲੇਕਿਨ ਹੌਲੀ ਹੌਲੀ ਜਿਹੜਾ ਪ੍ਰੌੜ ਪਾਠਕ ਹੁੰਦਾ ਹੈ ਉਹ ਇਸ ਗੱਲ ਦੇ ਸਮਰੱਥ ਹੋ ਜਾਂਦਾ ਹੈ ਕਿ ਉਹ ਜਿਹੜੀਆਂ ਬੇਲੋੜੀਆਂ ਚੀਜ਼ਾਂ ਉਹਨੂੰ ਪਾਸੇ ਕਰਦਾ ਜਾਂਦਾ ਹੈ, ਔਰ ਉਹਦੇ ਵਿੱਚੋਂ ਜਿਹੜੇ ਚੰਗੀਆਂ ਚੀਜ਼ਾਂ, ਚੰਗੇ ਦਾਣੇ ਆ ਜਿਹੜੇ ਉਹ ਆਪਦੇ ਲਈ ਚੁਗਦਾ ਰਹਿੰਦਾ। ਇੱਕ ਨਾ ਉਹ ਚੱਲਦਾ ਸਾਡਾ, ਅੱਛਾ ਆਹ ਪੜ੍ਹਨਾ ਤੂੰ ਵੀ ਮਤਲਬ ਬੜਾ ਅਸੀਂ ਉਹਦੇ ਹਿਰਖ ਦੇ ਨਾਲ ਦੇਖਦੇ ਹਾਂ ਵੀ ਯਾਰ ਆਹ ਕੋਈ ਪੜ੍ਹਨ ਦੀ ਚੀਜ਼ ਹੈ ਜਿਹੜੀ ਤੂੰ ਪੜ੍ਹਦਾ ਆ। ਇੱਥੋਂ ਤਾਈਂ ਕਿ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਵਾਕਈ ਇਹ ਬੜੀ ਅਜੀਬ ਜੀ ਸਾਨੂੰ ਨਜ਼ਰ ਆਉਂਦੀ ਹੈ ਕਿ ਬਹੁਤ ਵੱਡੀਆਂ ਅਹੁਦਿਆਂ ਦੇ ਉੱਤੇ ਬੈਠੇ ਹੋਏ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਨੇ ਯਾਰ ਤੂੰ ਇਹ ਕਿਤਾਬਾਂ ਕਿਉਂ ਪੜ੍ਹਦਾ ਜਾਂ ਇਹ ਕਿਤਾਬਾਂ ਤੂੰ ਕਿਉਂ ਆਪਣੇ ਕੋਲ ਰੱਖਦਾ। ਇਸ ਪੱਧਰ ਦੇ ਉੱਤੇ ਵੀ ਅਸੀਂ ਚਲੇ ਜਾਂਦੇ ਹਾਂ ਵੀ ਕਿਤਾਬਾਂ ਦੇ ਨਾਲ ਅਸੀਂ ਜੋੜਨਾ ਤੇ ਕੀ ਅਸੀਂ ਤੋੜਦੇ ਹਾਂ। ਕਿਤਾਬਾਂ ਜਾਂ ਸਾਹਿਤ ਵੀ ਸਾਨੂੰ ਕਿਤੇ ਨਾ ਕਿਤੇ ਜੋ ਮਨੁੱਖੀ ਸੇਧ ਦੇਣੀ ਚਾਹੀਦੀ ਹੈ ਉਹਦੇ ਤੋਂ ਖੁੰਝਦਾ ਹੈ। ਇਸੇ ਕਰਕੇ ਲੋਕ ਸ਼ਾਇਦ ਨਹੀਂ ਵੀ ਜੁੜ ਪਾਉਂਦੇ ਉਸ ਢੰਗ ਦੇ ਨਾਲ।
ਹੁਣ ਉਸ ਪਾਸੇ ਆਉਂਦੇ ਆ ਵੀ ਲਾਇਬ੍ਰੇਰੀਆਂ ਦੇ ਵਿੱਚ ਇੱਕ ਕੈਟਾਲੌਗ ਹੁੰਦਾ, ਕੈਟਾਲੌਗ ਅੱਜ ਕੱਲ੍ਹ ਡਿਜੀਟਲ ਹੋ ਗਏ, ਡਿਜੀਟਲ ਲਾਇਬ੍ਰੇਰੀਆਂ ਆਉਣੀਆਂ ਸ਼ੁਰੂ ਹੋ ਗਈਆਂ, ਇਹ ਕੀ ਹੈ? ਟੈਕਨੋਲੋਜੀ ਨੇ ਸਾਡੇ ਜੀਵਨ ਦੇ ਹਰ ਖੇਤਰ ਦੇ ਵਿੱਚ ਆਪਦਾ ਇੱਕ ਰੋਲ ਨਿਭਾਇਆ ਔਰ ਪੁਸਤਕਾਂ ਦੇ ਫੀਲਡ ਦੇ ਵਿੱਚ ਵੀ ਨਵੀਆਂ ਚੀਜ਼ਾਂ, ਲਾਇਬ੍ਰੇਰੀਆਂ ਦੇ ਵਿੱਚ ਨਵੀਆਂ ਚੀਜ਼ਾਂ ਆ ਰਹੀਆਂ। ਔਰ ਪਹਿਲੀ ਵਾਰੀ ਮਨੁੱਖੀ ਸਭਿਅਤਾ ਦੇ ਵਿੱਚ ਇਹ ਹੋਇਆ ਹੈ ਕਿ ਦੁਨੀਆ ਭਰ ਦਾ ਗਿਆਨ ਹੈ ਜਿਹੜਾ ਉਹ ਸਾਡੀ ਉਂਗਲ ਦੀ ਇੱਕ ਦਾਬ ਦੇ ਥੱਲੇ ਹੈ, ਸਾਡੀ ਜੇਬ ਦੇ ਵਿੱਚ ਹੈ। ਅਸੀਂ ਆਪਣਾ ਮੋਬਾਈਲ, ਸਮਾਰਟਫੋਨ ਕੱਢਦੇ ਹਾਂ ਔਰ ਦੁਨੀਆ ਭਰ ਦਾ ਗਿਆਨ ਉਹਦੇ ਵਿੱਚੋਂ ਕਿਤੋਂ ਵੀ ਕੁਝ ਵੀ ਲੱਭ ਸਕਦੇ ਹਾਂ। ਲੱਖਾਂ ਸਾਲ ਪੁਰਾਣੀ ਮਨੁੱਖੀ ਸਭਿਅਤਾ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਵਾਪਰ ਰਿਹਾ ਹੈ ਕਿ ਇਸ ਦੁਨੀਆ ਦੇ ਹਰ ਇੱਕ ਬੰਦੇ ਲਈ ਗਿਆਨ ਹਾਸਲ ਕਰਨ ਦੇ ਬਰਾਬਰ ਮੌਕੇ ਬਣ ਰਹੇ ਨੇ ਔਰ ਇਹ ਮੌਕੇ ਆ ਜਿਹੜੇ ਇਹ ਟੈਕਨੋਲੋਜੀ ਨੇ ਮੁਹੱਈਆ ਕਰਵਾਏ ਨੇ। ਟੈਕਨੋਲੋਜੀ ਕਰਕੇ ਅੱਜ ਦੁਨੀਆ ਭਰ ਦਾ ਹਰ ਬੰਦਾ ਹੈ ਜਿਹੜਾ ਉਹ ਹਰ ਨਵੀਂ ਜਾਣਕਾਰੀ ਨਾਲ ਜੁੜਿਆ ਹੋਇਆ ਹੈ। ਔਰ ਕਿਤਾਬਾਂ ਦੇ ਖੇਤਰ ਦੇ ਵਿੱਚ ਵੀ ਇਹ ਹੋ ਰਿਹਾ ਕਿ ਚਾਹੇ ਅਸੀਂ PDF ਰੂਪ ਦੇ ਵਿੱਚ ਲਈਏ, ਚਾਹੇ ਈ-ਬੁੱਕਸ ਦੇ ਰੂਪ 'ਚ ਲਈਏ, ਅੱਜ ਕੱਲ੍ਹ ਕਿੰਡਲ, ਨੋਟਬੁੱਕ, ਇੱਦਾਂ ਦੀਆਂ ਜਿਹੜੀਆਂ ਡਿਵਾਈਸਿਸ ਆ ਜਿਹੜੀਆਂ ਉਹ ਵੀ ਆ ਗਈਆਂ ਕਿ ਜਿੱਥੇ ਸਿੱਧੀਆਂ ਡਿਜੀਟਲ ਰੂਪ ਦੇ ਵਿੱਚ ਕਿਤਾਬਾਂ ਜਿਹੜੀਆਂ ਉਹ ਪਬਲਿਸ਼ ਹੋ ਰਹੀਆਂ ਔਰ ਇੱਕ ਕਲਿੱਕ ਦੇ ਨਾਲ, ਇੱਕ ਉਂਗਲ ਦੀ ਦਾਬ ਦੇ ਨਾਲ ਉਹ ਦੁਨੀਆ ਭਰ ਦੇ ਪਾਠਕਾਂ ਤੱਕ ਪਹੁੰਚ ਰਹੀਆਂ। ਔਰ ਇਸ ਨੇ ਇਹ ਗੱਲ ਨੂੰ ਸੰਭਵ ਬਣਾਇਆ ਕਿ ਕਿਤਾਬਾਂ ਵਿਚਲੀ ਜਾਣਕਾਰੀ ਜਾਂ ਚੰਗੀਆਂ ਕਿਤਾਬਾਂ ਡਿਜੀਟਲ ਰੂਪ ਦੇ ਵਿੱਚ ਦੁਨੀਆ ਦੇ ਹਰ ਸ਼ਖਸ ਤੱਕ ਪਹੁੰਚ ਰਹੀਆਂ ਔਰ ਇਹ ਸਾਡੀ ਮਨੁੱਖੀ ਸਭਿਅਤਾ ਦੇ ਲਈ ਇੱਕ ਸ਼ੁਭ ਸ਼ਗਨ ਹੈ ਕਿ ਗਿਆਨ ਹੈ ਜਿਹੜਾ ਉਹਦਾ ਜਿਹੜਾ ਫੈਲਾਅ ਹੈ ਉਹ ਇੰਨੀ ਤੇਜ਼ੀ ਦੇ ਨਾਲ ਹੋਣਾ ਸ਼ੁਰੂ ਹੋਇਆ। ਹਜ਼ਾਰਾਂ ਸਾਲਾਂ ਦੀ ਸਭਿਅਤਾ ਦੇ ਵਿੱਚ ਇੱਕ ਸਮਾਂ ਹੁਣ ਸਾਡੇ ਕੋਲ ਔਖਾ ਜਿਹਾ ਇਹ ਵੀ ਆਇਆ ਵੀ ਜਿਹਦੇ 'ਚ ਅਸੀਂ ਕੋਵਿਡ ਨਾਂ ਦੀ ਬਿਮਾਰੀ ਨੂੰ ਵੀ ਹੰਢਾਇਆ ਔਰ ਉਹਦੇ ਨਾਲ ਅਸੀਂ ਚੱਲ ਵੀ ਰਹੇ ਹਾਂ, ਅਜੇ ਵੀ ਉਹਦੇ 'ਚੋਂ ਨਿਕਲੇ ਨਹੀਂ ਹਾਂ ਪੂਰੀ ਤਰ੍ਹਾਂ। ਇਸ ਕੋਵਿਡ ਸਮੇਂ ਦੇ ਦੌਰਾਨ ਕੀ ਲਾਇਬ੍ਰੇਰੀਆਂ ਦਾ ਮਹੱਤਵ ਲੋਕ ਜ਼ਿਆਦਾ ਸਮਝ ਪਾਏ? ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ? ਬਿਲਕੁਲ, ਕੋਵਿਡ ਨੇ ਜਿੱਥੇ ਸਾਡੇ ਮਨੁੱਖੀ ਸੰਸਾਰ ਨੂੰ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਪਾਇਆ, ਉੱਥੇ ਇੱਕ ਪੋਜ਼ਿਟਿਵ ਪੱਖ ਇਹਦਾ ਇਹ ਵੀ ਆਇਆ ਕਿ ਕਿਤੇ ਨਾ ਕਿਤੇ ਇਸ ਸੰਕਟ ਨੇ ਮਨੁੱਖ ਨੂੰ ਸਵੈ ਐਨਾਲਿਸਿਸ ਕਰਨ ਦਾ, ਖੁਦ ਦਾ ਮੁਲਾਂਕਣ ਕਰਨ ਲਈ ਮਜਬੂਰ ਕੀਤਾ। ਉਹਨੂੰ ਇਹ ਮੌਕਾ ਦਿੱਤਾ ਕਿ ਉਹ ਆਪਦੇ ਆਲੇ ਦੁਆਲੇ ਨੂੰ ਸਮਝ ਸਕੇ, ਉਹਨੂੰ ਸਮਾਂ ਦਿੱਤਾ ਕਿ ਉਹ ਆਪਣੇ ਆਲੇ ਦੁਆਲੇ ਪ੍ਰਤੀ ਆਪਦੀ ਸੋਚ ਨੂੰ ਫਿਰ ਤੋਂ ਨਿਰਧਾਰਿਤ ਕਰ ਸਕੇ। ਔਰ ਇੱਕ ਚੰਗੀ ਗੱਲ ਇਹ ਮਹਿਸੂਸ ਹੋਈ, ਜੇ ਆਪਾਂ ਇਹਨੂੰ ਸਿਰਫ ਪੰਜਾਬੀ ਸਾਹਿਤ ਤੱਕ ਸੀਮਿਤ ਕਰ ਲਈਏ, ਕਿ ਇਸ ਦੌਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਪੜ੍ਹੀਆਂ ਗਈਆਂ। ਸਾਡੀ ਜ਼ਿੰਦਗੀ ਦੀ ਮਸਰੂਫੀਅਤ ਦੇ ਵਿੱਚ ਕਈ ਵਾਰ ਸਾਨੂੰ ਉਹਨਾਂ ਸਮਾਂ ਨਹੀਂ ਮਿਲਦਾ। ਸਾਡੇ ਅਲਮਾਰੀ ਦੇ ਵਿੱਚ, ਸਾਡੇ ਟੇਬਲ ਤੇ, ਸਾਡੇ ਘਰਾਂ ਦੇ ਵਿੱਚ ਕੋਈ ਸਾਡੀ ਮਨਪਸੰਦ ਪੁਸਤਕ ਲੰਮੇ ਸਮੇਂ ਤੋਂ ਸਾਨੂੰ ਉਡੀਕ ਰਹੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਇਹਨੂੰ ਸਮਾਂ ਮਿਲਿਆ ਤੇ ਮੈਂ ਇਸ ਪੁਸਤਕ ਨੂੰ ਜ਼ਰੂਰ ਪੜ੍ਹਾਂ। ਤਾਂ ਕੋਵਿਡ ਨੇ ਸਾਨੂੰ ਉਹ ਸਮਾਂ ਦਿੱਤਾ। ਬਹੁਤ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਪੜ੍ਹੀਆਂ ਗਈਆਂ। ਲੋਕ ਆਪਣੇ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਸੀ, ਆਪਾਂ ਸਾਰੇ ਜਾਣਦੇ ਹਾਂ। ਉਸ ਇੱਕ ਮਾਨਸਿਕ ਕੈਦ ਦੇ ਦੌਰ ਦੇ ਵਿੱਚ ਪੁਸਤਕ ਹੈ ਜਿਹੜੀ ਉਹ ਕਿਤੇ ਨਾ ਕਿਤੇ ਹਰ ਮਨੁੱਖ ਦੀ ਸਾਥੀ ਬਣੀ, ਉਹਦੀ ਦੋਸਤ ਬਣੀ, ਉਹਦਾ ਮਿੱਤਰ ਬਣੀ। ਔਰ ਬਹੁਤ ਵੱਡੇ ਪੱਧਰ ਤੇ ਲਿਟਰੇਚਰ ਹੈ ਜਿਹੜਾ ਉਹ ਇਸ ਦੌਰ ਦੇ ਵਿੱਚ ਪੜ੍ਹਿਆ ਗਿਆ। ਔਰ ਜਦੋਂ ਇਸ ਦੌਰ 'ਚ, ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ, ਕੋਈ ਇੱਕ ਚੰਗੀ ਕਿਤਾਬ ਵੀ ਕਿਸੇ ਨੇ, ਪਾਠਕ ਨੇ ਪੜ੍ਹੀ ਤਾਂ ਉਹ ਫਿਰ ਲਗਾਤਾਰ ਕਿਤਾਬਾਂ ਦੇ ਨਾਲ, ਸ਼ਬਦ ਸੱਭਿਆਚਾਰ ਦੇ ਨਾਲ ਪੂਰੀ ਤਰ੍ਹਾਂ ਜੁੜ ਕੇ ਰਹਿ ਗਿਆ। ਵੱਡੇ ਸਾਹਿਤਕਾਰ ਜਿਹੜੇ ਹੋਏ ਨੇ ਦਰਸ਼ਕੋ, ਉਹਨਾਂ ਦੇ ਵਿੱਚੋਂ ਕਈ ਉਦਾਹਰਨਾਂ ਸਾਡੇ ਕੋਲ ਨੇ ਜਿਹੜੇ ਕਿ ਆਪਣੇ ਆਖਰੀ ਪਲਾਂ ਦੇ ਵਿੱਚ ਉਮਰ ਦਰਾਜ਼ ਹੋਣ ਦੇ ਸਮੇਂ ਉਹ ਇਹ ਕਹਿੰਦੇ ਸੀ ਕਿ ਮੇਰਾ ਮੰਜਾ ਜਿਹੜਾ ਹੈ ਮੇਰੀ ਲਾਇਬ੍ਰੇਰੀ ਦੇ ਵਿੱਚ ਡਾਹ ਦਿਓ ਕਿਉਂਕਿ ਮੇਰੀਆਂ ਪੁਸਤਕਾਂ ਮੇਰੇ ਨਾਲ ਗੱਲ ਕਰਦੀਆਂ ਨੇ। ਤੁਹਾਨੂੰ ਲੱਗਦਾ ਕਿ ਇਦਾਂ ਸੱਚਮੁੱਚ ਹੁੰਦਾ? ਬਿਲਕੁਲ, ਕਿਤਾਬਾਂ ਗੱਲਾਂ ਕਰਦੀਆਂ ਨੇ। ਕਿਤਾਬ ਤੁਹਾਡੀ ਬਿਲਕੁਲ ਸੱਚੀ ਦੋਸਤ ਹੁੰਦੀ ਹੈ, ਸੱਚੀ ਮਿੱਤਰ ਹੁੰਦੀ ਹੈ। ਮਨੁੱਖੀ ਮਾਨਸਿਕਤਾ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਸਮਾਂ ਪਾਉਣ ਦੇ ਨਾਲ ਹੌਲੀ ਹੌਲੀ ਉਹਦੇ ਵਿੱਚ ਆਲੇ ਦੁਆਲੇ ਦੇ ਹਾਲਤਾਂ ਦੇ ਪ੍ਰਭਾਵ ਦੇ ਵਿੱਚ ਲਾਜ਼ਮੀ ਰੂਪ 'ਚ ਕੁਛ ਨਾ ਕੁਛ ਤਬਦੀਲੀਆਂ ਜਿਹੜੀਆਂ ਹੁੰਦੀਆਂ ਰਹਿੰਦੀਆਂ। ਲੇਕਿਨ ਪੁਸਤਕ ਤੁਹਾਡੀ ਉਹ ਸੱਚੀ ਮਿੱਤਰ ਹੈ ਜਿਹੜੀ 20 ਸਾਲ ਪਹਿਲਾਂ ਵੀ ਤੁਹਾਨੂੰ ਉਹੀ ਕੁਛ ਦੱਸ ਰਹੀ ਸੀ, ਉਹੀ ਕੁਛ ਸਿਖਾ ਰਹੀ ਸੀ। ਅੱਜ ਤੁਸੀਂ 20 ਸਾਲ ਬਾਅਦ ਵੀ ਉਹੀ ਉਸ ਪੁਸਤਕ ਨੂੰ ਪੜ੍ਹੋਗੇ ਤਾਂ ਤੁਹਾਨੂੰ ਪੁਸਤਕ ਹੈ ਜਿਹੜੀ ਹਮੇਸ਼ਾ ਉਹੀ ਕੁਛ ਦੱਸੇਗੀ। ਔਰ ਪੁਸਤਕਾਂ ਦਾ ਆਪਣਾ ਇੱਕ ਆਨੰਦ ਹੈ, ਪੁਸਤਕਾਂ ਦੇ ਪੰਨਿਆਂ ਨੂੰ ਛੋਹਣ ਦਾ ਇੱਕ ਆਨੰਦ ਹੈ, ਪੁਸਤਕ ਦੇ ਸ਼ਬਦਾਂ ਨੂੰ ਪੜ੍ਹਨ ਦਾ ਇੱਕ ਆਨੰਦ ਹੈ, ਪੁਸਤਕ ਦੇ ਸਰਵਰਕ ਦੀ ਸ਼ੋਅ ਹੈ ਜਿਹੜੀ ਉਹ ਤੁਹਾਡੇ ਅੰਦਰ ਇੱਕ ਉਤੇਜਨਾ ਪੈਦਾ ਕਰਦੀ ਹੈ, ਕਰੰਟ ਪੈਦਾ ਕਰਦੀ ਹੈ। ਪੁਸਤਕਾਂ ਨੂੰ ਦੇਖਣ ਦੀ ਆਪਦੀ ਆਪ 'ਚ ਇੱਕ ਸੰਤੁਸ਼ਟੀ ਹੈ, ਤੁਹਾਨੂੰ ਇੱਕ ਸੈਟਿਸਫੈਕਸ਼ਨ ਦਾ ਅਹਿਸਾਸ ਹੈ ਜਿਹੜਾ ਉਹ ਹੁੰਦਾ। ਇਹ ਸਾਰਾ ਕੁਝ ਤਾਂ ਹੁੰਦਾ ਜਦੋਂ ਅਸੀਂ
ਉਸ ਸੰਸਾਰ ਦੇ ਵਿੱਚ ਇੱਕ ਰਚੇ ਮਿਚੇ ਹੁੰਦੇ ਆ, ਉਸ ਸੰਸਾਰ ਦੇ ਵਿੱਚ ਵਿਚਰ ਰਹੇ ਹੁੰਦੇ ਆ। ਤੁਹਾਡੇ ਜ਼ਿਹਨ ਦੇ ਵਿੱਚ ਪੁਸਤਕਾਂ ਜਿਹੜੀਆਂ ਉਹ ਘੁੰਮਦੀਆਂ ਰਹਿੰਦੀਆਂ, ਕੋਈ ਨਵੀਂ ਪੁਸਤਕ ਤੁਹਾਨੂੰ ਦਿਖਾਈ ਦਿੰਦੀ ਹੈ, ਤੁਹਾਡੇ ਜ਼ਿਹਨ ਦੇ ਵਿੱਚ ਭੁੱਖ ਪੈਦਾ ਹੁੰਦੀ ਹੈ ਕਿ ਮੈਂ ਇਹ ਨਵੀਂ ਪੁਸਤਕ ਹੈ ਜਿਹੜੀ ਉਹਨੂੰ ਛੋਹਾਂ, ਖੋਲਾਂ, ਦੇਖਾਂ, ਪੜ੍ਹਾਂ, ਸਮੋਵਾਂ ਤੇ ਫਿਰ ਦੂਜਿਆਂ ਦੇ ਨਾਲ ਸਾਂਝਾ ਕਰਾਂ। ਤੇ ਇਹ ਸਾਡੇ ਵਿੱਚੋਂ ਹੋ ਸਕਦਾ ਕਿ ਦਰਸ਼ਕ ਕੁਝ ਇਹੋ ਜਿਹੇ ਵੀ ਹੋਣ ਜਿਹੜੇ ਕਹਿੰਦੇ ਯਾਰ ਇਹ ਜ਼ਿਆਦਾ ਹੀ ਕਿਤਾਬੀ ਜੀਆਂ ਗੱਲਾਂ ਕਰਦੇ ਨੇ, ਵਿਹਾਰਿਕ ਗੱਲਾਂ ਨਹੀਂ ਨੇ। ਤੁਹਾਡੇ ਤਜਰਬੇ ਦੇ ਵਿੱਚੋਂ ਹੁਣ ਮੈਂ ਕੁਝ ਜਾਣਨਾ ਚਾਹਾਂਗਾ, ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਕਿ ਤੁਸੀਂ ਇੰਨਾ ਸਮਾਂ ਲਗਭਗ 20-21 ਸਾਲ ਤੋਂ ਤੁਸੀਂ ਪੀਪਲਸ ਫੋਰਮ ਬਰਗਾੜੀ ਦੀ ਅਗਵਾਈ ਵੀ ਕਰਦੇ ਆ ਰਹੇ ਹੋ ਔਰ ਥਾਂ ਥਾਂ 'ਤੇ ਪੁਸਤਕ ਪ੍ਰਦਰਸ਼ਨੀ ਵੀ। ਇਸ ਦੌਰਾਨ ਨੌਜਵਾਨਾਂ ਦੇ ਨਾਲ ਵੀ ਵਾਹ ਪਿਆ, ਪਰ ਤੁਹਾਡੀ ਯਾਦਾਂ ਦੇ ਵਿੱਚ ਕੁਝ ਪਲ ਇਹੋ ਜਿਹੇ ਜ਼ਰੂਰ ਹੋਣਗੇ ਜਿਹੜੇ ਤੁਸੀਂ ਸਾਂਝੇ ਕਰ ਸਕਦੇ ਹੋਵੋ। ਕੋਈ ਘਟਨਾ, ਕੋਈ ਵਿਸ਼ੇਸ਼ ਪਲ ਜੋ ਤੁਹਾਨੂੰ ਯਾਦ ਆਉਂਦਾ ਹੋਵੇ ਜੋ ਤੁਸੀਂ ਸਾਂਝਾ ਕਰਨਾ ਚਾਹੋ। ਮੈਂ ਬਤੌਰ ਅਧਿਆਪਕ ਸਕੂਲ ਦੇ ਵਿੱਚ ਕੰਮ ਕਰਦਾ ਹਾਂ, ਤਾਂ ਮੇਰੀ ਲਗਾਤਾਰ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਬੱਚੇ ਨੇ, ਖਾਸ ਕਰਕੇ ਜਿਹੜੇ ਬੱਚੇ 8ਵੀਂ 9ਵੀਂ 10ਵੀਂ ਜਮਾਤਾਂ ਦੇ ਵਿੱਚ ਪੜ੍ਹ ਰਹੇ ਨੇ ਜਾਂ +1 +2 'ਚ ਪੜ੍ਹਦੇ ਨੇ, ਜੀ ਉਹਨਾਂ ਨੂੰ ਕੁਝ ਇਸ ਕਿਸਮ ਦੀਆਂ ਕਿਤਾਬਾਂ ਨਾਲ ਜ਼ਰੂਰ ਜੋੜ ਦੇਵਾਂ ਜਿਹੜੀਆਂ ਕਿਤਾਬਾਂ ਕਿਤੇ ਨਾ ਕਿਤੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਨਵੀਂ ਰੌਸ਼ਨੀ ਦੇ ਸਕਣ। ਤਾਂ ਮੈਂ ਇਹ ਦੇਖਦਾ ਕਿ ਬਹੁਤ ਸਾਰੇ ਬੱਚੇ ਉਹਨਾਂ ਕਿਤਾਬਾਂ ਨੂੰ ਪੜ੍ਹਨ ਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਥੋੜ੍ਹੀ ਬਹੁਤੀ ਉਹਨਾਂ ਦੇ ਮਨ ਦੇ ਵਿੱਚ ਹਿਚਕ ਹੁੰਦੀ ਹੈ, ਉਹਨਾਂ 'ਚ ਝਿਜਕ ਹੁੰਦੀ ਹੈ, ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਇਹ ਪੜ੍ਹ ਨਹੀਂ ਸਕੂੰਗਾ ਜਾਂ ਇਹ ਕਿਤਾਬ ਮੇਰੇ ਕਿਤੇ ਮੇਰੇ ਕੰਮ ਦੀ ਹੋਊਗੀ ਕਿ ਨਹੀਂ ਹੋਊਗੀ। ਲੇਕਿਨ ਥੋੜ੍ਹੀ ਪ੍ਰੇਰਨਾ ਤੋਂ ਬਾਅਦ ਜਦੋਂ ਉਹ ਬੱਚੇ ਪੜ੍ਹਦੇ ਹੈ ਤਾਂ ਉਹ ਮੈਂ ਦੇਖਦਾ ਕਿ ਜਦੋਂ ਉਹ ਕਿਤਾਬ ਪੜ੍ਹ ਕੇ ਆਉਂਦੇ ਆ ਤੇ ਉਹ ਜਦੋਂ ਮੇਰਾ ਸਾਹਮਣਾ ਕਰਦੇ ਆ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਵੱਖਰਾ ਸਵੈ ਵਿਸ਼ਵਾਸ ਹੁੰਦਾ ਹੈ, ਉਹਨਾਂ ਦੇ ਚਿਹਰੇ ਤੇ ਇੱਕ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਜੋ ਉਹਨਾਂ ਨੂੰ ਉਸ ਕਿਤਾਬ ਦੇ ਵਿੱਚੋਂ ਮਿਲੀ ਹੈ। ਸਾਡੇ ਕੁਝ ਸਾਲ ਪਹਿਲਾਂ ਇੱਕ ਲੜਕੀ ਜਿਹੜੀ ਕਿ ਬਹੁਤ ਗਰੀਬ ਪਰਿਵਾਰ 'ਚੋਂ ਆ ਰਹੀ ਸੀ ਔਰ ਪੜ੍ਹਾਈ ਦੇ ਵਿੱਚ ਉਹ ਕਾਫੀ ਹੁਸ਼ਿਆਰ ਸੀ, ਲੇਕਿਨ ਪਰਿਵਾਰਕ ਹਾਲਤਾਂ ਇਸ ਕਿਸਮ ਦੀਆਂ ਸੀ ਕਿ ਉਹ ਲੜਕੀ ਹੈ ਜਿਹੜੀ ਉਹ ਆਪਦੀ ਅਗਲੇਰੀ ਪੜ੍ਹਾਈ ਹੈ ਜਿਹੜੀ ਉਹ ਜਾਰੀ ਰੱਖਣ ਤੋਂ ਅਸਮਰਥ ਸੀ। ਠੀਕ। ਤਾਂ ਇੱਕ ਨਾਵਲ ਹੈ ਪਹਿਲਾ ਅਧਿਆਪਕ, ਅੱਛਾ, ਚੰਗੇਜ਼ ਆਇਤਮਤੋਬ ਦਾ, ਉਹ ਬਹੁਤ ਛੋਟਾ ਜਿਹਾ ਨਾਵਲ ਹੈ, ਲਗਭਗ 80 ਕੁ ਪੇਜਾਂ ਦਾ। ਤਾਂ ਮੈਂ ਉਹਨੂੰ ਉਹ ਪੜ੍ਹਨ ਲਈ ਦਿੱਤਾ। ਤਾਂ ਉਹ ਜਦੋਂ ਉਹ ਨਾਵਲ ਪੜ੍ਹ ਕੇ ਆਈ ਤਾਂ ਉਹ ਮੈਨੂੰ ਆ ਕੇ ਪਹਿਲੀ ਉਹਨੇ ਗੱਲ ਇਹ ਕਹੀ ਕਿ ਸਰ ਮੈਂ ਅਲਾਤਨਈ ਸੁਲੇਮਾਨੋਵਾ ਬਣਨਾ ਹੈ। ਅਲਾਤਨਈ ਸੁਲੇਮਾਨੋਵਾ ਕੌਣ ਸੀ? ਉਸ ਨਾਵਲ ਦੀ ਇੱਕ ਮੁੱਖ ਪਾਤਰ ਸੀ ਜਿਹਦੇ ਮਾਂ-ਬਾਪ ਮਰ ਜਾਂਦੇ ਹੈ, ਜਿਹੜੀ ਬਹੁਤ ਇੱਕ ਗਰੀਬ ਪਰਿਵਾਰ 'ਚੋਂ ਪੈਦਾ ਹੁੰਦੀ ਹੈ, ਲੇਕਿਨ ਉਹ ਆਪਣੇ ਸੰਘਰਸ਼ ਨਾਲ PhD ਤੱਕ ਪੜ੍ਹਾਈ ਕਰਦੀ ਹੈ। ਤੇ ਉਹ ਲੜਕੀ ਹੈ ਜਿਹੜੀ ਉਹਨੇ ਉਸ ਤੋਂ ਬਾਅਦ +2 ਕੀਤੀ ਸਾਡੇ ਸਕੂਲ ਦੇ ਵਿੱਚੋਂ, ਉਸ ਤੋਂ ਬਾਅਦ ਉਹਨੇ ETT ਕੀਤੀ ਤੇ 2 ਮਹੀਨੇ ਪਹਿਲਾਂ ਉਹ ਬਤੌਰ ਅਧਿਆਪਕ ਹੈ ਜਿਹੜੀ ਉਹ ਇੱਕ ਸਕੂਲ ਦੇ ਵਿੱਚ ਨਿਯੁਕਤ ਹੋ ਗਈ। ਤੇ ਮੈਨੂੰ ਅੱਜ ਵੀ ਲੱਗਦਾ ਹੈ ਕਿ ਜੇ ਮੈਂ ਉਹਦੀ ਸਾਂਝ ਅਲਾਤਨਈ ਸੁਲੇਮਾਨੋਵਾ ਨਾਲ ਨਾ ਪਵਾਉਂਦਾ ਤੇ ਹੋ ਸਕਦਾ ਹੈ ਜੀਵਨ ਦੇ ਵਿੱਚ ਉਹਨੂੰ ਉਹ ਊਰਜਾ ਨਾ ਮਿਲਦੀ ਜਿਸ ਊਰਜਾ ਦੇ ਸਦਕੇ ਉਹਨੇ ਆਪਦੇ ਹਾਲਤਾਂ ਤੇ ਜਿੱਤ ਪ੍ਰਾਪਤ ਕੀਤੀ ਤੇ ਔਰ ਆਪਦੇ ਜੀਵਨ ਨੂੰ ਇੱਕ ਨਵਾਂ ਰੂਪ ਦਿੱਤਾ। ਇਸ ਕਿਸਮ ਦੀਆਂ ਅਨੇਕਾਂ ਉਦਾਹਰਨਾਂ ਜਿਹੜੀਆਂ ਉਹ ਮਿਲ ਜਾਂਦੀਆਂ। ਵੈਸੇ ਵੀ ਮੈਨੂੰ ਇਹ ਲੱਗਦਾ ਹੁੰਦਾ ਕਿ ਸਾਹਿਤ ਦਾ ਰੋਲ ਹੀ ਇਹ ਹੁੰਦਾ ਹੈ ਕਿ ਬੰਦਾ ਜ਼ਿੰਦਗੀ ਦੇ ਵਿੱਚ ਰੋਜ਼ ਹਾਰ ਰਿਹਾ ਹੁੰਦਾ ਹੈ, ਸੰਘਰਸ਼ ਕਰ ਰਿਹਾ ਹੁੰਦਾ ਹੈ, ਉਹਨੂੰ ਆਲੇ ਦੁਆਲੇ 'ਚੋਂ ਬਹੁਤ ਕੁਛ ਚੰਗਾ ਮਾੜੇ ਜਿਹੜੇ ਤਜਰਬੇ ਆ ਉਹ ਹੋ ਰਹੇ ਹੁੰਦੇ ਆ ਤੇ ਸਾਹਿਤ ਹੈ ਜਿਹੜਾ ਉਹਨੂੰ ਊਰਜਾ ਦਿੰਦਾ ਹੈ, ਉਹਨੂੰ ਇਸ ਗੱਲ ਦੇ ਸਮਰੱਥ ਬਣਾਉਂਦਾ ਹੈ ਕਿ ਉਹਨਾਂ ਹਾਲਤਾਂ ਦੇ ਨਾਲ ਉਹ ਸੰਘਰਸ਼ ਕਰੇ। ਔਰ ਜਦੋਂ ਬੰਦਾ ਸੰਘਰਸ਼ ਦੇ ਵਿੱਚ ਪੈ ਜਾਂਦਾ ਹੈ ਜੀਵਨ ਦੇ ਵਿੱਚ, ਫਿਰ ਉਹ ਲਾਜ਼ਮੀ ਆਪਦੀਆਂ ਹਾਲਤਾਂ ਨੂੰ ਬਦਲ ਲੈਂਦਾ ਹੈ, ਲਾਜ਼ਮੀ ਉਹ ਜਿੱਤ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ। ਲਾਇਬ੍ਰੇਰੀਆਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ। ਸਾਡੇ ਕੋਲ ਖੁਸ਼ਵੰਤ ਬਰਗਾੜੀ ਹੋਣਾ ਨੇ ਬੜੀ ਸੋਹਣੀ ਜਾਣਕਾਰੀ ਹੁਣ ਤੱਕ ਦਿੱਤੀ ਹੈ ਸਾਨੂੰ, ਅਸੀਂ ਇਹਨਾਂ ਤੋਂ ਹੋਰ ਵੀ ਜਾਣਕਾਰੀ ਲੈ ਰਹੇ ਹਾਂ। ਖੁਸ਼ਵੰਤ ਜੀ, ਤੁਸੀਂ ਇੰਨਾ ਸਫ਼ਰ ਇਕੱਲਿਆਂ ਨੇ ਤੈਅ ਕੀਤਾ, ਸਰਕਾਰਾਂ ਵੱਲੋਂ ਹੁੰਗਾਰਾ ਤੁਸੀਂ ਤਵੱਕੂ ਕੀਤੀ ਕਦੇ, ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਦੇਣਗੀਆਂ, ਜਾਂ ਕਿ ਤੁਹਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚੋਂ ਜ਼ਿਆਦਾ ਹੁੰਗਾਰਾ ਮਿਲਦਾ ਹੈ, ਸਰਕਾਰਾਂ ਅਜੇ ਵੀ ਅਵੇਸਲੀਆਂ ਨੇ, ਉਹ ਅਜੇ ਵੀ ਗੂੜੀ ਨੀਂਦ ਸੁੱਤੀਆਂ ਰਹਿਣਗੀਆਂ? ਤੁਹਾਨੂੰ ਕਿੱਦਾਂ ਲੱਗਦਾ ਹੈ, ਕਿੱਥੋਂ ਤੁਹਾਨੂੰ ਜ਼ਿਆਦਾ ਉਤਸ਼ਾਹ ਮਿਲਦਾ ਹੈ, ਐਡੀ ਊਰਜਾ ਤੁਹਾਨੂੰ ਕਿੱਥੋਂ ਮਿਲਦੀ ਹੈ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਕਰਦੇ ਹੋ ਐਡਾ ਵੱਡਾ ਕੰਮ? ਦੇਖੋ ਗੁਰਵਿੰਦਰ ਜੀ, ਜੇ ਅਸੀਂ ਇਸ ਤਰ੍ਹਾਂ ਸੋਚਣਾ ਸ਼ੁਰੂ ਕਰੀਏ ਕਿ ਸਾਡਾ ਕੋਈ ਪਹਿਲਾਂ ਮਦਦਗਾਰ ਆਵੇ ਤੇ ਅਸੀਂ ਫੇਰ ਕੋਈ ਕੰਮ ਕਰਨਾ ਸ਼ੁਰੂ ਕਰਾਂਗੇ, ਮੇਰਾ ਖਿਆਲ ਇਸ ਤਰ੍ਹਾਂ ਕੋਈ ਬਹੁਤੇ ਵੱਡੇ ਕੰਮ ਨਹੀਂ ਕੀਤੇ ਜਾ ਸਕਦੇ ਹੁੰਦੇ ਤੇ ਨਾ ਹੀ ਬਹੁਤਾ ਚਿਰ ਲਗਾਤਾਰ ਕੀਤੇ ਜਾ ਸਕਦੇ ਹੁੰਦੇ ਨੇ। ਅਸਲ 'ਚ ਪੈਸ਼ਨ ਹੈ ਜਿਹੜਾ, ਭਾਵਨਾ ਹੈ ਜਿਹੜੀ, ਤੁਹਾਡਾ ਸਮਰਪਣ ਹੈ, ਉਹ ਤੁਹਾਡੀ ਸਭ ਤੋਂ ਵੱਡੀ ਊਰਜਾ ਹੁੰਦੀ ਹੈ। ਤਾਂ ਜਦੋਂ ਅਸੀਂ ਇਸ ਪਾਸੇ, ਮੈਨੂੰ ਨਹੀਂ ਪਤਾ ਵੀ ਮੈਂ ਕਦੋਂ ਇਸ ਫੀਲਡ ਦੇ ਵਿੱਚ ਹੌਲੀ ਹੌਲੀ ਆ ਗਿਆ,
मैं कोई इस तरह विशेष कोई समा पिन पॉइंट नहीं कर सकदा, लेकिन मैनूं ये लगदा जरूर है कि किते ना किते इस किस्म दा पैशन सी मेरे मन दे विच कि मैनूं ये लगदा सी कि जिस तरह थोड़ा बहुता जीवन पुस्तकां ने, शब्द सभ्याचार ने मेरा बदलिया, इसे तरह ਜਦੋਂ मैं ਹੁਣ ਇਸ ਗੱਲ ਦੇ ਸਮਰੱਥ ਹੈ ਕਿ ਮੈਂ ਦੂਸਰਿਆਂ ਨੂੰ ਇਸ ਨਾਲ ਜੋੜ ਸਕਦਾ ਹੈ, ਤਾਂ ਉਹਦੇ ਵਿੱਚੋਂ ਅਸੀਂ ਇਸ ਕਿਸਮ ਦੇ ਜਿਹੜੇ ਛੋਟੇ-ਛੋਟੇ ਉਪਰਾਲੇ ਆ ਜਿਹੜੇ ਉਹ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂ ਕੀਤੇ, ਜਿਹਦੇ ਵਿੱਚ ਇਕੱਲਾ ਮੈਂ ਹੀ ਨਹੀਂ, ਮੇਰੇ ਵਾਂਗੂ ਸੋਚਣ ਵਾਲੇ ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਨੇ, ਸਾਡੀ ਸੰਸਥਾ ਦੇ ਮੈਂਬਰ ਨੇ, ਔਰ ਉਹ ਜਿਹੜਾ ਪੈਸ਼ਨ ਹੈ ਉਹ ਸਭ ਤੋਂ ਵੱਡੀ ਊਰਜਾ ਹੈ। ਤਾਂ ਉਦੋਂ ਬਾਅਦ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਆ, ਫਿਰ ਬਹੁਤ ਸਾਰੇ ਸਮਾਜ ਚੋਂ ਵੀ ਜਿਹੜੇ ਤੁਹਾਡੇ ਕੰਮ ਨੂੰ ਠੀਕ ਸਮਝਦੇ ਹੁੰਦੇ ਆ, ਉਹ ਤੁਹਾਡੇ ਮਦਦਗਾਰ ਸਾਬਤ ਹੋਣਾ ਸ਼ੁਰੂ ਹੋ ਜਾਂਦੇ ਆ। ਸਰਕਾਰਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਤੁਹਾਡੇ ਠੀਕ ਕੰਮ ਨੂੰ ਬਹੁਤ ਮਾਨਤਾ ਦਿੰਦੇ ਨੇ, ਉਹ ਵੀ ਤੁਹਾਡੇ ਮਦਦਗਾਰ ਸਾਬਤ ਹੁੰਦੇ ਨੇ। ਔਰ ਹੌਲੀ ਹੌਲੀ ਇਸ ਤਰ੍ਹਾਂ ਜਿਹੜੇ ਚੰਗੇ ਚੰਗੇ ਲੋਕ ਹੈ, ਜਿਹੜੇ ਤੁਹਾਡੇ ਕੰਮਾਂ ਕਾਰਾਂ ਨੂੰ ਠੀਕ ਸਮਝਦੇ ਹੁੰਦੇ ਆ, ਉਹ ਤੁਹਾਡੇ ਕਾਫਲੇ ਦਾ ਹਿੱਸਾ ਬਣਦੇ ਜਾਂਦੇ ਤੇ ਕਾਫਲਾ ਲੰਬਾ ਹੁੰਦਾ ਜਾਂਦਾ। ਕਾਫਲਾ ਲੰਬਾ। ਫਿਰ ਵੀ ਅਜੇ ਬਹੁਤ ਕੁਝ ਜਿੱਦਾਂ ਅਸੀਂ ਕਹਿੰਦੇ ਵੀ ਕਰਨਾ ਬਾਕੀ ਹੈ। ਉਸ ਬਹੁਤ ਕੁਝ ਕਰਨ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਤੁਸੀਂ ਮਹਿਸੂਸ ਕਰਦੇ ਹੋ ਕਿ ਹਾਂ ਇਹ ਕੰਮ ਸਭ ਤੋਂ ਪਹਿਲੇ ਹੋ ਜਾਵੇ ਤੇ ਸ਼ਾਇਦ ਗੱਡੀ ਥੋੜੀ ਅੱਗੇ ਰਿੜ ਜਾਏਗੀ, ਤੁਰ ਪਏਗੀ। ਕੋਈ ਖਾਸ ਇੱਕ ਹੁੰਦਾ ਨਾ ਟੱਕ, ਪਹਿਲਾ ਟੱਕ ਲਾਣਾ, ਉਹ ਪਹਿਲਾ ਟੱਕ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਹੁਣ ਇਸ ਵੇਲੇ ਸਮੇਂ ਦੀ ਲੋੜ ਇਹ ਹੈ? ਇਸ ਵੇਲੇ ਜਿਹੜੀ ਸਮੇਂ ਦੀ ਲੋੜ ਇਹ ਆ ਕਿ ਸਾਡੇ ਕੋਲੇ ਗਿਆਨ ਹਾਸਲ ਕਰਨ ਲਈ ਟੈਕਨੋਲੋਜੀ ਆ ਗਈ। ਅੱਜ ਹਰ ਬੰਦੇ ਕੋਲੇ ਹਰ ਕਿਸਮ ਦਾ ਗਿਆਨ ਹੈ ਜਿਹੜਾ ਉਹ ਬਹੁਤ ਤੇਜ਼ੀ ਨਾਲ ਪਹੁੰਚ ਜਾਂਦਾ। ਦੁਨੀਆ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ, ਪਲਾਂ ਦੇ ਵਿੱਚ ਉਹਦੀ ਸੂਚਨਾ ਜਿਹੜੀ ਉਹ ਹਰ ਬੰਦੇ ਤੱਕ ਪਹੁੰਚ ਜਾਂਦੀ ਹੈ। ਲੇਕਿਨ ਉਸ ਸੂਚਨਾ ਦਾ ਐਨਾਲਿਸਿਸ ਕਰਨ ਲਈ, ਉਹਦਾ ਵਿਸ਼ਲੇਸ਼ਣ ਕਰਨ ਲਈ ਜੋ ਹਰ ਬੰਦੇ ਅੰਦਰ ਬੌਧਿਕਤਾ ਦੀ ਲੋੜ ਹੈ, ਜੋ ਉਹਦੇ ਦਿਮਾਗੀ ਪੱਧਰ ਦੀ ਲੋੜ ਹੈ, ਉਹ ਸਾਨੂੰ ਵਿਕਸਿਤ ਕਰਨ ਦੀ ਲੋੜ ਹੈ। ਸੂਚਨਾਵਾਂ ਸਾਡੇ ਕੋਲੇ ਅਥਾਹ ਪਹੁੰਚ ਰਹੀਆਂ। ਸਾਡੀ ਸਵੇਰ ਜਦੋਂ ਸ਼ੁਰੂ ਹੁੰਦੀ ਹੈ, ਸਾਡਾ ਮੋਬਾਈਲ ਖੁੱਲ੍ਹਦਾ, ਦੁਨੀਆ ਭਰ ਦੀਆਂ ਸੂਚਨਾਵਾਂ ਇੱਕਦਮ ਸਾਡੇ ਚਿੱਤਰਪਟ ਤੇ ਆ ਜਾਂਦੀਆਂ, ਸਾਡੇ ਦਿਮਾਗ ਦੇ ਵਿੱਚ ਇੱਕਦਮ ਆਪਣੀ ਸਪੇਸ ਲੈ ਲੈਂਦੀਆਂ। ਬਿਲਕੁਲ ਸਹੀ। ਲੇਕਿਨ ਉਹਦੇ ਤੇ ਸਾਡੇ ਪ੍ਰਤੀਕਰਮ ਕੀ ਹੋਣੇ ਹੈ, ਇਹ ਸਾਡਾ ਬੌਧਿਕ ਲੈਵਲ ਨੇ ਫੈਸਲਾ ਕਰਨਾ ਹੈ। ਤਾਂ ਅਸੀਂ ਆਲੇ ਦੁਆਲੇ 'ਚ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲੇ ਜਿੰਨੀ ਤੇਜ਼ੀ ਨਾਲ ਜਾਣਕਾਰੀ ਪਹੁੰਚਣੀ ਸ਼ੁਰੂ ਹੋ ਗਈ ਹੈ, ਹਾਲ ਦੀ ਘੜੀ ਬਹੁ ਗਿਣਤੀ ਦਾ ਜਿਹੜਾ ਬੌਧਿਕ ਪੱਧਰ ਹੈ ਉਹਦੇ ਹਾਣ ਦਾ ਨਹੀਂ ਹੋਇਆ। ਤਾਂ ਬੌਧਿਕ ਪੱਧਰ ਤਾਂ ਹੀ ਹੋਊਗਾ ਜੇ ਸਾਡੇ 'ਚ ਆਲੇ ਦੁਆਲੇ ਦੇ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਹੈ ਜਿਹੜੀ ਉਹ ਵਿਕਸਿਤ ਹੋਊਗੀ। ਸਮਰੱਥਾ ਤਾਂ ਹੀ ਵਿਕਸਿਤ ਹੋਊਗੀ ਜੇ ਅਸੀਂ ਇਤਿਹਾਸ ਨੂੰ, ਵਰਤਮਾਨ ਨੂੰ, ਭਵਿੱਖ ਬਾਰੇ ਸੋਚਣ ਦੀ ਇੱਕ ਆਪਦੀ ਦ੍ਰਿਸ਼ਟੀ ਹੈ ਜਿਹੜੀ ਉਹ ਪੈਦਾ ਕਰ ਸਕਾਂਗੇ। ਤਾਂ ਮੈਂ ਇਹ ਸੋਚਦਾ ਕਿ ਇਸ ਸਮੇਂ ਸਾਡੇ ਘਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਣ ਦੀ ਜ਼ਰੂਰਤ ਹੈ। ਉਹ ਲਾਇਬ੍ਰੇਰੀ ਸਿਰਫ ਇਹ ਹੀ ਨਹੀਂ ਕਿ ਸਾਡੀ ਡਰਾਇੰਗ ਰੂਮ ਦੀ ਸ਼ੈਲਫਾਂ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਜਿਹੜੀਆਂ ਉਹ ਰੱਖੀਆਂ ਹੋਣ ਜਾਂ ਸਾਡੇ ਟੇਬਲ ਦੇ ਉੱਪਰ ਸਜਾਈਆਂ ਹੋਣ। ਉਹ ਕਿਤਾਬਾਂ ਦੀ ਲੋੜ ਇਹ ਹੈ ਕਿ ਉਹ ਸਾਡੇ ਬੈੱਡ ਤੇ ਪਈਆਂ ਹੋਣ, ਸਾਡੇ ਸਿਰਹਾਣੇ ਤੇ ਪਈਆਂ ਹੋਣ, ਅਸੀਂ ਚਾਹ ਪੀ ਰਹੇ ਕੁਝ ਪੜ੍ਹ ਰਹੇ ਹੋਈਏ, ਅਸੀਂ ਸਵੇਰ ਦਾ ਸਮਾਂ ਕੁਝ ਪੜ੍ਹ ਰਹੇ ਹੋਈਏ। ਔਰ ਉਹ ਪੜ੍ਹਨਾ ਸਿਰਫ ਕਾਗਜ਼ ਦੀ ਕਿਤਾਬ ਦੇ ਰੂਪ 'ਚ ਹੀ ਨਹੀਂ, ਉਹ ਸਾਡੇ ਡਿਜੀਟਲ ਫਾਰਮ 'ਚ ਵੀ ਹੋ ਸਕਦਾ। ਅਸੀਂ PDF ਪੜ੍ਹ ਸਕਦੇ ਹਾਂ, ਈ-ਬੁੱਕਸ ਪੜ੍ਹ ਸਕਦੇ ਹਾਂ, ਸਾਡੇ ਕੋਲੇ ਕਿੰਡਲ ਵਗੈਰਾ ਜਿਸ ਤਰ੍ਹਾਂ ਪਹਿਲਾਂ ਆਪਾਂ ਜ਼ਿਕਰ ਕੀਤਾ। ਤਾਂ ਇੱਦਾਂ ਦੀਆਂ ਚੀਜ਼ਾਂ ਸਾਡੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਯੂਥ ਕਲੱਬ ਬਣੇ ਹੋਏ ਨੇ, ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ। ਉਹਨਾਂ ਦਾ ਵੀ ਇਹ ਫਰਜ਼ ਬਣਦਾ ਕਿ ਹਰ ਪਿੰਡ ਦੇ ਵਿੱਚ, ਹਰ ਜਗ੍ਹਾ, ਹਰ ਮੁਹੱਲੇ ਦੀ ਇੱਕ ਆਪਣੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਜਿੱਥੇ ਹਰ ਕਿਸਮ ਦਾ ਜਿਹੜਾ ਗਿਆਨ ਹੈ ਉਹ ਉੱਥੇ ਮੌਜੂਦ ਹੋਵੇ। ਔਰ ਤਾਂ ਹੀ ਸਾਡੇ ਸਮਾਜ ਦਾ ਜਿਹੜਾ ਬੌਧਿਕ ਲੈਵਲ ਹੈ ਉਹ ਹੋਰ ਵਿਕਸਿਤ ਹੋ ਸਕਦਾ ਹੈ। ਦਰਸ਼ਕੋ, ਮੇਰੇ ਇੱਕ ਮਿੱਤਰ ਨੇ, ਮੈਨੂੰ ਉਹਨਾਂ ਦੇ ਕੋਲ ਜਾਣ ਦਾ ਮੌਕਾ ਮਿਲਿਆ, ਮੈਂ ਤੁਹਾਡੇ ਨਾਲ ਸਾਂਝ ਪਾਉਂਦਾ ਕਿ ਉਹਨਾਂ ਨੂੰ ਘਰ ਦੇ ਵਿੱਚ ਸਭ ਤੋਂ ਜਿਹੜਾ ਮਾੜਾ ਕਮਰਾ ਹੈ, ਜਿਹੜਾ ਨੀਵਾਂ ਹੈ ਸ਼ਾਇਦ 1.5 ਫੁੱਟ, ਉਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਤੂੰ ਆਪਣਾ ਟੀਨ ਟੱਪਰ ਉੱਥੇ ਲੈ ਜਾ। ਉਹ ਆਪਣੀਆਂ ਸਾਰੀਆਂ ਕਿਤਾਬਾਂ ਨੂੰ ਉੱਥੇ ਲੈ ਗਿਆ ਔਰ ਕਿਤਾਬਾਂ ਦੇ ਨਾਲ ਭਰਿਆ ਹੋਇਆ ਕਮਰਾ, ਉਹਦੇ 'ਚ ਸਿਰਫ ਇੱਕੋ ਟੇਬਲ ਫੈਨ ਲੱਗਾ ਹੋਇਆ। ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸਾਡੇ ਸਮਾਜ ਦੇ ਜਿਹੜੇ ਬਹੁਤ ਵਧੀਆ ਵਧੀਆ ਲੋਕ ਨੇ ਉਹ ਸਭ ਤੋਂ ਵੱਧ ਉਸੇ ਕਮਰੇ 'ਚ ਬੈਠਣਾ ਪਸੰਦ ਕਰਦੇ ਨੇ। ਇਹ ਕਿਤਾਬਾਂ ਦੀ ਖਾਸੀਅਤ ਹੈ, ਇਹ ਕਿਤਾਬਾਂ ਦੀ ਖੁਸ਼ਬੂ ਹੈ। ਤੁਸੀਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਡੀ ਖੂਬਸੂਰਤ ਜਾਣਕਾਰੀ ਦਿੱਤੀ ਔਰ ਕਿਤਾਬਾਂ ਦੀ ਔਰ ਲਾਇਬ੍ਰੇਰੀ ਦੀ ਉਸ ਮਹਿਕ ਨੂੰ ਅਸੀਂ ਪੂਰੇ ਅੱਜ ਮਹਿਸੂਸ ਕਰ ਪਾ ਰਹੇ ਹਾਂ ਆਪਣੇ ਆਲੇ ਦੁਆਲੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਕੋਈ ਖਾਸ ਗੱਲ ਕੁਝ ਕਹਿਣਾ ਚਾਹੁੰਦੇ ਹੋ ਆਖਰੀ ਘੜੀ 'ਚ? ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਪੰਜਾਬੀ ਦੁਨੀਆ ਭਰ ਦੇ ਵਿੱਚ
ਆਪਣੀ ਬਹਾਦਰੀ ਲਈ ਜਾਣੇ ਜਾਂਦੇ ਆ, ਆਪਣੇ ਖੁਸ਼ਹਾਲ ਜੀਵਨ ਲਈ ਜਾਣੇ ਜਾਂਦੇ ਆ। ਲੇਕਿਨ ਪੰਜਾਬੀ ਸੱਭਿਆਚਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੋਊਗੀ ਕਿ ਜਦੋਂ ਪੰਜਾਬੀ ਦੁਨੀਆ ਭਰ ਦੇ ਵਿੱਚ ਚੰਗੀਆਂ ਕਿਤਾਬਾਂ ਪੜ੍ਹਨ ਲਈ ਜਾਣੇ ਜਾਣਗੇ, ਚੰਗਾ ਗਿਆਨ ਹਾਸਲ ਕਰਨ ਲਈ ਜਾਣੇ ਜਾਣਗੇ, ਉਸ ਦਿਨ ਸਾਡੇ ਜਿਹੜੇ ਪੰਜਾਬੀ ਹੈ ਉਹ ਦੁਨੀਆ ਭਰ ਦੇ ਵਿੱਚ ਆਪਣੀ ਵੱਖਰੀ ਪਛਾਣ ਹੈ ਜਿਹੜੀ ਉਹਨੂੰ ਹੋਰ ਵੀ ਵਧੀਆ ਢੰਗ ਨਾਲ ਸਥਾਪਿਤ ਕਰ ਸਕਣਗੇ। ਸੋ ਮੇਰੀ ਪੰਜਾਬੀਆਂ ਨੂੰ ਇਹੀ ਅਪੀਲ ਹੈ ਕਿ ਉਹ ਇਸ ਪਛਾਣ ਨੂੰ ਹੋਰ ਗੂੜਾ ਕਰਨ ਦੇ ਵਿੱਚ ਆਪਣਾ ਬਣਦਾ ਰੋਲ ਨਿਭਾਉਣ। ਇਹਨਾਂ ਦੀ ਇਸ ਗੱਲ ਦੇ ਵਿੱਚ ਮੈਂ ਵੀ ਹਾਮੀ ਭਰਦਾ ਔਰ ਦੁਆ ਕਰਦਾ ਕਿ ਉਹ ਘੜੀ ਸਾਨੂੰ ਜਲਦੀ ਹੀ ਦੇਖਣ ਸੁਣਨ ਨੂੰ ਮਿਲੇ। ਫਿਲਹਾਲ ਬਹੁਤ ਸ਼ੁਕਰੀਆ, ਤੁਸੀਂ ਇੰਨੀ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।